ਵਾਹਿਗੁਰੂ ਸਾਹਿਬ ਜੀ। ਸੁਣੈ ਸਿੱਧ ਪੀਰ ਸੁਰ ਨਾਥ, ਸੁਣਿਐ ਧਰਤ ਧਵਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹਿ ਨ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਸੁਣਿਐ ਈਸਰ ਬਰਮਾ ਇੰਦ, ਸੁਣਿਐ ਮੁਖ ਸਾਲਾਹਣ ਮੰਦ। ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਸੁਣਿਐ ਸਤ ਸੰਤੋਖ ਗਿਆਨ, ਸੁਣਿਐ 68 ਕਾ ਇਸਨਾਨ। ਸੁਣਿਐ ਪੜ੍ਹ ਪੜ੍ਹ ਪਾਵਹਿ ਮਾਨ, ਸੁਣਿਐ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਸੁਣਿਐ ਸਰਾ ਗੁਣਾ ਕੇ ਗਾਹ, ਸੁਣਿਐ ਸੇਖ ਪੀਰ ਪਾਤਸ਼ਾਹ। ਸੁਣਿਐ ਅੰਧੇ ਪਾਵਹਿ ਰਾਹ, ਸੁਣਿਐ ਹਾਥ ਹੋਵੈ ਅਸਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੂਖ ਪਾਪ ਕਾ ਨਾਸ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਦੇ ਸਦਕਾ ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਕਰਦਿਆਂ ਪਿੱਛੇ ਆਪਾਂ ਸੁਣਨ ਦੀਆਂ 4 ਅਵਸਥਾਵਾਂ ਦਾ ਜੋ ਵਿਖਿਆਨ ਕੀਤਾ। ਸੁਣਿਆ ਦੀਆਂ ਇਹ ਜਿਹੜੀਆਂ 4 ਪੌੜੀਆਂ ਨੇ, ਇਹਨਾਂ ਦੀ ਵਿਆਖਿਆ ਚੱਲ ਰਹੀ ਹੈ ਔਰ 4 ਅਵਸਥਾਵਾਂ ਨੂੰ ਆਪਾਂ ਸਮਝ ਚੁੱਕੇ ਹਾਂ। ਅੱਜ ਉਹਨਾਂ ਹੀ 4 ਸਟੇਜਸ ਨੂੰ ਆਪਾਂ ਥੋੜ੍ਹਾ ਹੋਰ ਸੌਖੇ ਢੰਗ ਦੇ ਨਾਲ ਅਤੇ ਨਾਲ ਇਹ ਦੇਖਾਂਗੇ ਵੀ ਕਿਵੇਂ ਉਹ 4 ਸਟੇਜਿਸ ਇਹਨਾਂ 4 ਪੌੜੀਆਂ ਦੇ ਨਾਲ ਢੁਕਦੀਆਂ ਨੇ। ਇਹ ਵਿਚਾਰ ਕਰਾਂਗੇ। ਫਿਰ ਉਸ ਤੋਂ ਬਾਅਦ ਇਹਨਾਂ 4 ਪੌੜੀਆਂ ਦੇ ਅੱਖਰੀ ਅਰਥ ਕਰਾਂਗੇ। ਸਤ ਸੰਗਤ, ਆਪਾਂ ਇੰਨਾ ਸਮਝ ਲਿਆ ਕਿ ਸਿੱਖੀ ਦੇ ਵਿੱਚ ਸੁਣਨ ਦੀ ਬਹੁਤ ਮਹਾਨਤਾ ਹੈ। ਜਿਹੜਾ ਬੰਦਾ ਸੁਣ ਨਹੀਂ ਸਕਦਾ, ਉਹ ਬੰਦਾ ਸਿੱਖ ਵੀ ਨਹੀਂ ਹੋ ਸਕਦਾ। ਜਿਸ ਬੰਦੇ ਦੇ ਅੰਦਰ ਸੁਣਨ ਦੀ ਸਮਰੱਥਾ ਨਹੀਂ, ਉਹਦੇ ਅੰਦਰ ਸਿੱਖੀ ਕਮਾਉਣ ਦੀ ਵੀ ਸਮਰੱਥਾ ਨਹੀਂ। ਦੇਖਣਾ ਹੋਵੇ ਨਾ ਵੀ ਕਿਸੇ ਦੇ ਅੰਦਰ ਸਿੱਖੀ ਕਿੰਨੀ ਕੁ ਡੂੰਘੀ ਆ, ਤਾਂ ਸੌਖਾ ਜਿਹਾ ਪੈਰਾਮੀਟਰ ਹੈ, ਉਹਦੀ ਸੁਣਨੀ ਚੈੱਕ ਕਰ ਲਓ ਵੀ ਉਹਦੀ ਸੁਣਨੀ ਕਿੰਨੀ ਕੁ ਗਹਿਰੀ ਆ। ਜਿੰਨੀ ਬੰਦੇ ਦੀ ਸੁਣਨੀ ਗਹਿਰੀ ਹੋਵੇਗੀ, ਓਨੀ ਉਹਦੇ ਅੰਦਰ ਸਿੱਖੀ ਡੂੰਘੀ ਹੋਵੇਗੀ। ਕਿਉਂਕਿ ਜਿੰਨਾ ਬੰਦਾ ਸੁਣਨ ਦੀ ਸਮਰੱਥਾ ਰੱਖਦਾ ਹੈ, ਓਨਾ ਹੀ ਉਹ ਸਿੱਖੀ ਕਮਾਉਣ ਦੀ ਸਮਰੱਥਾ ਰੱਖਦਾ ਹੈ। ਸਿੱਖੀ ਦਾ ਸਭ ਤੋਂ ਜ਼ਰੂਰੀ ਅੰਗ ਇਹੀ ਹੈ ਵੀ ਬੰਦਾ ਸੁਣਦਾ ਕਿੰਨਾ ਕੁ। ਸੁਣਨ ਦੀ ਸਿੱਖੀ ਵਿੱਚ ਬਹੁਤ ਮਹਾਨਤਾ ਹੈ। ਆਮ ਤੌਰ 'ਤੇ ਤੁਸੀਂ ਦੇਖ ਲਓ, ਅਸੀਂ ਦੁਨੀਆ ਦੇ ਵਿੱਚ ਦੇਖਦੇ ਹਾਂ ਕਿ ਬੰਦੇ ਬੋਲ ਤਾਂ ਸਕਦੇ ਨੇ, ਬੰਦੇ ਸੁਣਾ ਤਾਂ ਸਕਦੇ ਨੇ, ਪਰ ਸੁਣਨਾ ਬਹੁਤ ਔਖਾ ਹੈ। ਸੁਣਨਾ ਇੱਕ ਬੜਾ ਵੱਡਾ ਜਪ ਤਪ ਆ ਜੀ। ਤੁਸੀਂ ਭਾਵੇਂ ਦੇਖੋ ਅਧਿਆਤਮਿਕ ਗੱਲਾਂ ਹੋਣ, ਭਾਵੇਂ ਕਿਰਤ ਵਿਹਾਰ ਦੀਆਂ ਗੱਲਾਂ ਹੋਣ, ਕਿਉਂਕਿ ਬਾਬੇ ਨਾਨਕ ਨੇ ਸਾਨੂੰ ਕਿਰਤੀ ਵੀ ਬਣਾਇਆ, ਭਾਵੇਂ ਕਿਰਤ ਦੀਆਂ ਵੀ ਗੱਲਾਂ ਹੋਣ। ਤੁਸੀਂ ਦੇਖ ਲਓ, ਕਈ ਵਾਰੀ ਬੰਦਾ ਆਪਣੀ ਤਾਂ ਕਿਸੇ ਨੂੰ ਸੁਣਾ ਸਕਦਾ ਹੈ, ਅਤੇ ਜਦੋਂ ਸੁਣਾ ਰਿਹਾ ਹੈ ਇਹ ਐਕਸਪੈਕਟ ਕਰਦਾ ਵੀ ਫਲਾਣਾ ਬੰਦਾ ਮੇਰੀ ਗੱਲ ਪੂਰੀ ਅਤੇ ਬੜੇ ਧਿਆਨ ਨਾਲ ਸੁਣੇ। ਪਰ ਜਦੋਂ ਖੁਦ ਸੁਣਨ ਦੀ ਗੱਲ ਆਉਂਦੀ ਆ, ਅਗਲੇ ਬੰਦੇ ਦੀ ਗੱਲ ਵੀ ਪੂਰੀ ਨਹੀਂ ਹੋਣ ਦਿੰਦਾ, ਵਿੱਚੋਂ ਹੀ ਕੱਟ ਕੇ ਆਪ ਬੋਲਣ ਲੱਗ ਪੈਂਦਾ ਹੈ। ਜੇ ਕੋਈ ਪੂਰੀ ਸੁਣਦਾ ਵੀ ਆ, ਅਤੇ ਜਦੋਂ ਅਗਲਾ ਬੰਦਾ ਬੋਲ ਰਿਹਾ, ਇਹਦੇ ਮਨ ਵਿੱਚ ਇਹ ਫੁਰਨੇ ਚੱਲ ਰਹੇ ਹੁੰਦੇ ਨੇ ਵੀ ਮੈਂ ਹੁਣ ਅਗਲੇ ਨੂੰ ਜਵਾਬ ਕੀ ਦੇਣਾ, ਉਦੋਂ ਵੀ ਇਹ ਜਵਾਬ ਹੀ ਸੋਚ ਰਿਹਾ ਹੁੰਦਾ। ਸੁਣਨੀ ਗਹਿਰੀ ਨਹੀਂ ਹੈ ਨਾ।
ਤੋ ਕਿਸੇ ਅੰਦਰ ਦੇਖਣਾ ਹੋਵੇ ਵੀ ਸਿੱਖੀ ਕਿੰਨੀ ਕੁ ਗਹਿਰੀ ਆ, ਉਹਦੀ ਸੁਣਨੀ ਦੇਖ ਲਓ। ਜਿਸ ਬੰਦੇ ਦੀ ਸੁਣਨੀ ਡੂੰਘੀ ਨਹੀਂ, ਜਿਹੜਾ ਬੰਦਾ ਸੁਣ ਨਹੀਂ ਸਕਦਾ, ਉਹਦੇ ਅੰਦਰ ਸਿੱਖੀ ਵੀ ਕੋਈ ਗਹਿਰੀ ਨਹੀਂ ਹੋਵੇਗੀ, ਉਹਦੇ ਅੰਦਰ ਕੋਈ ਗੁਣ ਵੀ ਬਹੁਤੇ ਨਹੀਂ ਹੋਣਗੇ। ਠੀਕ ਆ, ਹੋ ਸਕਦਾ ਉਹਨੂੰ ਬਾਹਰ ਦੀਆਂ ਦਲੀਲਾਂ ਆਉਂਦੀਆਂ ਹੋਣ, ਕਿਉਂਕਿ ਸੁਣਾਉਣ ਦਾ ਚਸਕਾ ਤਾਂ ਅਕਸਰ ਬੰਦੇ 'ਚ ਆ ਜਾਂਦਾ। ਬਾਹਰ ਦੀਆਂ ਦਲੀਲਾਂ ਆਉਂਦੀਆਂ ਹੋਣਗੀਆਂ, ਉਹਨੂੰ ਬਾਹਰੀ ਗਿਆਨ ਹੁੰਦਾ ਹੋਵੇਗਾ, ਪਰ ਉਸ ਗਿਆਨ ਦਾ ਪ੍ਰੈਕਟੀਕਲ ਕੀ ਆ, ਉਹਨੂੰ ਕੋਈ ਸੋਝੀ ਨਹੀਂ ਹੋਣੀ। ਇਹ ਸੋਝੀ ਉਹਨੂੰ ਹੀ ਆ ਸਕਦੀ ਆ, ਮਹਾਰਾਜ ਕਹਿੰਦੇ ਜਿਹੜਾ ਸੁਣਦਾ ਹੈ, ਜਿਹਦੇ ਅੰਦਰ ਸੁਣਨ ਦੀ ਸਮਰੱਥਾ ਹੈ। ਸਾਡੇ ਕਈ ਵਿਦਵਾਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਤੁਸੀਂ ਸਾਡੇ ਇਤਿਹਾਸ ਨੂੰ ਜਾਂ ਇਸ ਦੁਨੀਆ ਦੇ ਇਤਿਹਾਸ ਨੂੰ ਪੜਚੋਲ ਕੇ ਦੇਖ ਲਿਓ। ਇਸ ਦੁਨੀਆ ਦੇ ਇਤਿਹਾਸ ਵਿੱਚ ਉਹ ਲੋਕ ਤਾਂ ਭਗਤ ਮਿਲ ਜਾਣਗੇ ਜਿਹੜੇ ਭਾਵੇਂ ਅੱਖਾਂ ਕਰਕੇ ਅੰਨੇ ਨੇ, ਅੱਖਾਂ ਤੋਂ ਨਹੀਂ ਦਿਖਦਾ, ਐਸੇ ਤਾਂ ਭਗਤ ਹੋ ਸਕਦੇ ਨੇ। ਪਰ ਜਿਹੜੇ ਬੰਦੇ ਜ਼ੁਬਾਨ ਤੋਂ ਬੋਲ ਨਹੀਂ ਸਕਦੇ ਅਤੇ ਕੰਨਾਂ ਤੋਂ ਸੁਣ ਨਹੀਂ ਸਕਦੇ, ਐਸੇ ਬੰਦੇ ਕਦੀ ਭਗਤ ਨਹੀਂ ਹੋ ਸਕਦੇ। ਦੁਨੀਆ 'ਚ ਕੋਈ ਐਸੇ ਭਗਤ ਦੀ ਉਦਾਹਰਨ ਨਹੀਂ ਮਿਲਣੀ ਜਿਹੜਾ ਕੰਨਾਂ ਤੋਂ ਸੁਣ ਨਹੀਂ ਸਕਦਾ ਅਤੇ ਜ਼ੁਬਾਨ ਤੋਂ ਬੋਲ ਨਹੀਂ ਸਕਦਾ। ਕਿਉਂਕਿ ਧਰਮ ਦੀ ਦੁਨੀਆ ਵਿੱਚ ਜ਼ੁਬਾਨ ਕਰਕੇ ਬੋਲਣਾ ਅਤੇ ਫਿਰ ਉਹਨੂੰ ਕੰਨਾਂ ਤੋਂ ਸੁਣਨਾ, ਇਹਦੀ ਬੜੀ ਮਹਾਨਤਾ, ਜਾਂ ਕਹਿ ਲਈਏ ਸੁਣਨ ਦੀ ਬੜੀ ਮਹਾਨਤਾ ਹੈ। ਅੰਨੇ ਤਾਂ ਭਗਤ ਹੋਏ ਨੇ, ਪਰ ਗੂੰਗੇ ਅਤੇ ਬੋਲੇ ਕਦੀ ਭਗਤ ਨਹੀਂ ਹੋ ਸਕਦੇ। ਠੀਕ ਹੈ, ਛੱਜੂ ਝੂਰ ਦੀ ਸਾਖੀ ਆਉਂਦੀ ਹੈ ਸਾਧ ਸੰਗਤ, ਪਰ ਯਾਦ ਰਹੇ ਛੱਜੂ ਝੂਰ ਉਦੋਂ ਬੋਲਣ ਅਤੇ ਸੁਣਨ ਲੱਗ ਗਿਆ ਜਦੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਬਖਸ਼ਿਸ਼ ਕਰਤੀ ਆ। ਪਰ ਉਹਦੇ ਤੋਂ ਪਹਿਲਾਂ ਛੱਜੂ ਝੂਰ ਬਸ ਇੱਕ ਆਮ ਨਿਮਾਣਾ ਜਾਂ ਇਨਸਾਨ ਸੀ, ਉਹ ਭਗਤ ਨਹੀਂ ਸੀ, ਸਿੱਖ ਨਹੀਂ ਸੀ। ਸਿੱਖ ਉਦੋਂ ਬਣਿਆ ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ, ਉਹ ਬੋਲਣ ਵੀ ਲੱਗਿਆ ਅਤੇ ਸੁਣਨ ਵੀ ਲੱਗਿਆ। ਇਸ ਕਰਕੇ ਅੰਨੇ ਤਾਂ ਭਗਤ ਹੋ ਸਕਦੇ ਨੇ ਸਾਧ ਸੰਗਤ, ਪਰ ਬੋਲੇ ਜਾਂ ਗੂੰਗੇ ਐਸੇ ਭਗਤ ਹੋਣ ਦੁਨੀਆ 'ਤੇ ਕੋਈ ਉਦਾਹਰਨ ਨਹੀਂ ਮਿਲਦੀ। ਕਾਰਨ ਕੀ ਆ? ਕਿਉਂਕਿ ਅਧਿਆਤਮਕਤਾ ਦੀ ਖੁਰਾਕ ਜਿਹੜੀ ਆ ਨਾ ਸਾਧ ਸੰਗਤ, ਇਹ ਬਣਦੀ ਜ਼ਬਾਨ ਰਾਹੀਂ ਆ ਅਤੇ ਖਾਧੀ ਕੰਨਾਂ ਰਾਹੀਂ ਜਾਂਦੀ ਆ। ਜਿਵੇਂ ਹੁਣ ਸਰੀਰ ਦੀ ਖੁਰਾਕ ਕਿੱਥੇ ਬਣਦੀ ਆ? ਰਸੋਈ 'ਚ ਬਣਦੀ ਆ। ਕਿਵੇਂ ਬਣਦੀ ਆ? ਹੱਥਾਂ ਨਾਲ ਬਣਦੀ ਆ। ਆਪਾਂ ਹੱਥਾਂ ਦੇ ਨਾਲ ਅੰਨ ਪਕਾਉਂਦੇ ਆ ਨਾ। ਸਰੀਰ ਦੇ ਭੋਜਨ ਜਿਹੜਾ ਹੈ ਉਹ ਹੱਥਾਂ ਦੇ ਨਾਲ ਪੱਕਦਾ ਹੈ ਅਤੇ ਮੂੰਹ ਦੇ ਨਾਲ ਖਾਧਾ ਜਾਂਦਾ ਹੈ। ਪਰ ਜਿਹੜੀ ਅਧਿਆਤਮਕ ਜੀਵਨ ਦੀ ਖੁਰਾਕ ਇਹ ਜ਼ੁਬਾਨ ਰਾਹੀਂ ਪੱਕਦੀ ਆ ਅਤੇ ਕੰਨਾਂ ਰਾਹੀਂ ਖਾਧੀ ਜਾਂਦੀ ਆ। ਪਰ ਤੁਸੀਂ ਦੇਖ ਲਓ ਸਾਧ ਸੰਗਤ, ਮੰਨ ਲਓ ਮੇਰੇ ਤਨ ਨੂੰ ਭੁੱਖ ਲੱਗੀ ਹੋਵੇ, ਮੈਂ ਹੱਥਾਂ ਦੇ ਨਾਲ ਰੋਟੀ ਪਕਾ ਵੀ ਲਈ ਅਤੇ ਪਕਾਉਣ ਤੋਂ ਬਾਅਦ ਬੁਰਕੀ ਤੋੜ ਕੇ ਮੈਂ ਬੁੱਲ੍ਹਾਂ ਦੇ ਨੇੜੇ ਤਾਂ ਲੈ ਗਿਆ, ਪਰ ਉੱਥੇ ਹੀ ਬੁਰਕੀ ਛੱਡ ਦਿੱਤੀ, ਬੁਰਕੀ ਥੱਲੇ ਡਿੱਗ ਗਈ, ਮੂੰਹ ਦੇ ਅੰਦਰ ਗਈ ਨਹੀਂ। ਅਤੇ ਕੀ ਉਹ ਬੁਰਕੀ ਫਿਰ ਖੂਨ ਐਨਰਜੀ ਬਣੇਗੀ? ਕੀ ਉਹ ਅੰਨ ਮੇਰੀ ਭੁੱਖ ਮਿਟਾ ਸਕਦਾ? ਨਹੀਂ ਮਿਟਾ ਸਕਦਾ। ਜਿਹੜਾ ਭੋਜਨ ਮੂੰਹ ਦੇ ਰਾਹੀਂ ਅੰਦਰ ਨਹੀਂ ਗਿਆ, ਉਹ ਭੋਜਨ ਕਦੀ ਐਨਰਜੀ ਨਹੀਂ ਬਣ ਸਕਦਾ, ਸਾਡੀ ਭੁੱਖ ਨਹੀਂ ਮਿਟਾ ਸਕਦਾ। ਜਿਹੜਾ ਗੁਰੂ ਦਾ ਸ਼ਬਦ ਸਾਡੇ ਕੰਨਾਂ ਦੇ ਰਾਹੀਂ ਅੰਦਰ ਨਹੀਂ ਗਿਆ, ਉਹ ਸ਼ਬਦ ਫਿਰ ਗੁਣ ਨਹੀਂ ਬਣ ਸਕਦਾ, ਉਹ ਸ਼ਬਦ ਫਿਰ ਸਾਡੇ ਜੀਵਨ ਨੂੰ ਉੱਚਾ ਨਹੀਂ ਚੁੱਕ ਸਕਦਾ, ਕਿਉਂਕਿ ਸੁਣਿਆ ਹੀ ਨਹੀਂ, ਅਸੀਂ ਕੰਨਾਂ ਰਾਹੀਂ ਲੈ ਕੇ ਹੀ ਨਹੀਂ ਗਏ। ਇਸ ਕਰਕੇ ਸੁਣਨ ਦੀ ਬਹੁਤ ਮਹਾਨਤਾ ਹੈ। ਜੇ ਤਨ ਦੀ ਭੁੱਖ ਮਿਟਾਉਣੀ ਆ ਅਤੇ ਹੱਥਾਂ ਨਾਲ ਰੋਟੀ ਪਕਾਈਏ ਅਤੇ ਬੁਰਕੀ ਨੂੰ ਮੂੰਹ 'ਚ ਪਾ, ਗਲੇ ਥਾਂ ਦੀ ਅੰਦਰ ਲੰਘਾ, ਇਹ ਨਹੀਂ ਵੀ ਬਾਹਰ ਹੀ ਕਰੂਲੀ ਕਰਦੇ। ਇਸੇ ਤਰ੍ਹਾਂ ਜਦੋਂ ਨਿਤਨੇਮ ਕਰਦੇ ਹਾਂ, ਜ਼ੁਬਾਨ ਕਰਕੇ ਬੋਲਦੇ ਹਾਂ, ਉਹਨਾਂ ਨੂੰ ਆਪਣੇ ਕੰਨਾਂ ਦੇ ਰਾਹੀਂ ਅੰਦਰ ਵੀ ਲੈ ਕੇ ਜਾਈਏ, ਸੁਣੀਏ ਵੀ ਅਤੇ ਅੰਦਰ ਵਸਾਈਏ ਵੀ, ਫਿਰ ਹੀ ਉਹ ਐਨਰਜੀ ਬਣੇਗਾ, ਫਿਰ ਹੀ ਉਹ ਗੁਣ ਬਣੇਗਾ, ਫਿਰ ਹੀ ਸਾਡੇ ਆਤਮਾ ਦੀ ਭੁੱਖ ਪੂਰੀ ਹੋਵੇਗੀ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਅੰਦਰ ਇਹ ਸੁਣਨ ਦੀਆਂ 4 ਪੌੜੀਆਂ ਦੱਸੀਆਂ ਨੇ ਅਤੇ ਇਹ 4 ਸਟੇਜਿਸ ਦੱਸੀਆਂ ਨੇ। ਹੁਣ ਆਓ ਥੋੜ੍ਹਾ ਜਿਹਾ ਆਪਾਂ ਦੇਖਦੇ ਹਾਂ ਵੀ ਜਿਹੜੀਆਂ 4 ਸਟੇਜਿਸ ਦੀ ਆਪਾਂ ਵਿਚਾਰ ਕੀਤੀ ਸੀ, ਉਹ 4 ਸਟੇਜਿਸ ਇਹਨਾਂ ਪੌੜੀਆਂ 'ਤੇ ਕਿਵੇਂ ਢੁਕਦੀਆਂ ਨੇ। ਹੁਣ ਦੇਖੋ, ਪਹਿਲੀ ਸਟੇਜ, ਪਹਿਲੀ ਅਵਸਥਾ ਦਾ ਆਪਾਂ ਜ਼ਿਕਰ ਕੀਤਾ ਕਿ ਪਹਿਲੀ ਅਵਸਥਾ ਦੇ ਵਿੱਚ ਬੰਦਾ ਜਿਹੜਾ ਹੈ ਉਹਨਾਂ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ ਜਿਹੜੇ ਲੋਕ ਸਫਲ ਹੋ ਗਏ ਨੇ। ਜਿਵੇਂ ਭਗਤ ਧੰਨੇ ਜੀ ਦੀ ਉਦਾਹਰਨ ਲਈ ਸੀ ਆਪਾਂ, ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਭਗਤ ਧੰਨਾ ਜੀ ਨੇ ਆਪਣੇ ਕੰਨਾਂ ਤੋਂ ਭਗਤ ਕਬੀਰ ਜੀ ਬਾਰੇ ਸੁਣਿਆ, ਭਗਤ ਨਾਮਦੇਵ ਜੀ ਬਾਰੇ ਸੁਣਿਆ, ਭਗਤ ਰਵਿਦਾਸ ਜੀ ਬਾਰੇ ਸੁਣਿਆ, ਭਗਤ ਸੈਣ ਜੀ ਬਾਰੇ ਸੁਣਿਆ। ਅਤੇ ਇਹ ਉਹ ਲੋਕ ਸਨ ਜਿਹੜੇ ਆਪਣੇ ਜੀਵਨ ਦੇ ਵਿੱਚ ਸਫਲ ਹੋ ਚੁੱਕੇ ਸਨ, ਪਰਮਾਤਮਾ 'ਚ ਅਭੇਦ ਹੋ ਚੁੱਕੇ ਸਨ। ਅਤੇ ਸਫਲ ਹੋਇਆਂ ਨੂੰ ਜਦੋਂ ਭਗਤ ਧੰਨੇ ਨੇ ਸੁਣਿਆ, ਉਹਨਾਂ ਦੇ ਅੰਦਰ ਵੀ ਫਿਰ ਭਗਤੀ ਕਰਨ ਦਾ ਚਾਅ ਪੈਦਾ ਹੋ ਗਿਆ। ਇਸ ਕਰਕੇ ਇਹ ਪਹਿਲੀ ਸਟੇਜ ਆ ਵੀ ਅਸੀਂ ਉਹਨਾਂ ਨੂੰ ਸੁਣੀਏ ਜਿਹੜੇ ਧਰਮ ਦੀ ਦੁਨੀਆ ਵਿੱਚ ਸਫਲ ਹੋ ਗਏ ਨੇ। ਇਸ ਕਰਕੇ ਕਿਹਾ ਜਾਂਦਾ ਵੀ ਭਾਈ, ਜੇ ਧਰਮ ਦੀ ਸਟਾਰਟਿੰਗ ਕਰਨੀ ਆ, ਸਤ ਸੰਗਤ ਕਰਿਆ ਕਰ, ਗੁਰਸਿੱਖਾਂ ਦੀ ਸੰਗਤ ਕਰਿਆ ਕਰ, ਕਥਾ ਸੁਣੀਏ,
ਕੀਰਤਨ ਸੁਣੀਏ, ਚੰਗੀਆਂ ਵਿਚਾਰਾਂ ਸੁਣੀਏ, ਕਿਉਂਕਿ ਜਦੋਂ ਅਸੀਂ ਚੰਗੀਆਂ ਵਿਚਾਰਾਂ ਸੁਣਾਂਗੇ, ਸਫਲ ਹੋਏ ਗੁਰਸਿੱਖਾਂ ਦਾ ਇਤਿਹਾਸ ਸੁਣਾਂਗੇ, ਭਾਈ ਤਾਰੂ ਜੀ ਬਾਰੇ ਸੁਣਾਂਗੇ, ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸੁਣਾਂਗੇ, 4 ਸਾਹਿਬਜ਼ਾਦਿਆਂ ਬਾਰੇ ਸੁਣਾਂਗੇ, ਗੁਰੂ ਸਾਹਿਬਾਨਾਂ ਦੇ ਜੀਵਨ ਸੁਣਾਂਗੇ, ਅਤੇ ਉਹਨਾਂ ਮਹਾਨ ਪੁਰਸ਼ਾਂ ਦੇ ਜੀਵਨ ਸੁਣ ਸੁਣ ਕੇ ਸਾਡੇ ਅੰਦਰ ਵੀ ਬੰਦਗੀ ਕਰਨ ਦਾ ਚਾਅ ਪੈਦਾ ਹੋ ਜਾਵੇਗਾ। ਇਸ ਕਰਕੇ ਪਹਿਲੀ ਸਟੇਜ ਦੇ ਵਿੱਚ ਅਸੀਂ ਗੁਰਸਿੱਖਾਂ ਨੂੰ ਸੁਣਨਾ ਹੈ। ਅਤੇ ਹੁਣ ਯਾਦ ਰਹੇ, ਪਹਿਲੀ ਸਟੇਜ ਦੇ ਵਿੱਚ ਇਹ ਨਹੀਂ ਵੀ ਬੰਦੇ ਦਾ ਪ੍ਰੈਕਟੀਕਲ ਉਹਨਾਂ ਗੱਲਾਂ ਦੀ ਸਮਝ ਲੱਗ ਜਾਂਦੀ ਹੈ, ਪਰ ਹਾਂ ਇੰਨਾ ਜ਼ਰੂਰ ਹੈ, ਪਹਿਲੀ ਸਟੇਜ ਦੇ ਵਿੱਚ ਇਹਨੂੰ ਬਾਹਰਲੀਆਂ ਗੱਲਾਂ ਦੀ ਤਾਂ ਸਮਝ ਲੱਗ ਜਾਂਦੀ ਆ। ਜਿਵੇਂ ਵਹਿਮਾਂ ਭਰਮਾਂ ਦੀ ਸਮਝ ਲੱਗ ਜਾਂਦੀ ਹੈ, ਵਹਿਮਾਂ ਭਰਮਾਂ ਤੋਂ ਸੁਚੇਤ ਹੋ ਜਾਂਦਾ, ਛੱਡ ਦਿੰਦਾ ਵਹਿਮ ਭਰਮ, ਛੱਡ ਦਿੰਦਾ ਹੈ ਕਰਮ ਕਾਂਡ, ਛੱਡ ਦਿੰਦਾ ਹੈ ਬਾਹਰਲੇ ਜਿਹੜੇ ਇਹ ਗਲਤ ਵਿਕਾਰ ਵਿਹਾਰ, ਕਿਉਂਕਿ ਪਹਿਲੀ ਸਟੇਜ ਦੇ ਵਿੱਚ ਇਹਨੂੰ ਬਾਹਰ ਦੀਆਂ ਗੱਲਾਂ ਸਮਝ ਲੱਗ ਜਾਂਦੀਆਂ ਨੇ। ਜਿਸ ਬੰਦੇ ਨੂੰ ਥੋੜ੍ਹੀ ਜਿਹੀ ਵੀ ਸੋਝੀ ਆ ਗਈ ਨਾ ਸੁਣ ਕੇ, ਉਹ ਫਿਰ ਵਹਿਮ ਭਰਮ ਛੱਡ ਦੇਗਾ। ਅਤੇ ਮੈਂ ਇੱਥੇ ਵੀ ਬੇਨਤੀ ਕਰਾਂ, ਜਿਹੜਾ ਬੰਦਾ ਆਪਣੀ ਜ਼ਿੰਦਗੀ ਵਿੱਚ ਵਹਿਮ ਭਰਮ ਨਹੀਂ ਛੱਡਦਾ ਪਿਆ ਨਾ, ਮੰਨ ਲਓ ਛਿੱਕ ਮਾਰਨ 'ਤੇ ਡਰ ਜਾਂਦਾ ਹੈ, ਬਿੱਲੀ ਦਾ ਰਸਤਾ ਕੱਟਣ 'ਤੇ ਜਾਂਦਾ ਹੀ ਨਹੀਂ, ਡਰ ਜਾਂਦਾ ਹੈ। ਜਿਹੜਾ ਬੰਦਾ ਜ਼ਿੰਦਗੀ ਦੇ ਵਿੱਚ ਵਹਿਮਾਂ ਭਰਮਾਂ ਤੋਂ ਹੀ ਨਹੀਂ ਬਚ ਰਿਹਾ ਨਾ, ਉਹਨਾਂ ਤੋਂ ਹੀ ਡਰ ਖਤਮ ਨਹੀਂ ਕਰ ਰਿਹਾ, ਸਮਝੋ ਉਹਦੇ ਅੰਦਰ ਥੋੜ੍ਹੀ ਜਿਹੀ ਵੀ ਸੋਝੀ ਨਹੀਂ। ਪਰ ਸੁਣ ਸੁਣ ਕੇ ਜਿਹਦੇ ਅੰਦਰ ਥੋੜ੍ਹੀ ਜਿਹੀ ਵੀ ਸੋਝੀ ਆ ਗਈ ਨਾ, ਫਿਰ ਇਹਨਾਂ ਬਾਹਰਲੀਆਂ ਚੀਜ਼ਾਂ ਤੋਂ ਸੁਚੇਤ ਹੋ ਜਾਂਦਾ ਹੈ। ਪਹਿਲੀ ਪੌੜੀ ਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਹੈ ਕਿ ਇਹਨੂੰ ਬਾਹਰਮੁਖੀ ਜਿੰਨੇ ਵੀ ਨਿਯਮ ਨੇ, ਪਦਾਰਥਾਂ ਦੇ ਨਿਯਮ ਦੀ ਸਮਝ ਲੱਗ ਜਾਂਦੀ ਆ। ਤੁਸੀਂ ਦੇਖੋ, ਸੁਣਿਆਂ ਦੀ ਪਹਿਲੀ ਪੌੜੀ ਦੇ ਵਿੱਚ, ਮੈਂ ਪਹਿਲੀ ਪੌੜੀ ਕਹਿ ਰਿਹਾ, ਸੁਣਿਆਂ ਦੀ ਪਹਿਲੀ ਪੌੜੀ ਕਹਿ ਰਿਹਾ, ਕਿਉਂਕਿ ਪਹਿਲੀ ਪੌੜੀ ਤਾਂ ਵੈਸੇ ਜਪਦੀ ਜਿਹੜੀ ਹੈ ਉਹ ਸੋਚੈ ਸੋਚ ਨਾ ਹੋ ਬਈ, ਇੱਥੋਂ ਸ਼ੁਰੂ ਹੁੰਦੀ ਆ। ਮੈਂ ਸੁਣਿਆਂ ਦੀ ਪਹਿਲੀ ਪੌੜੀ ਕਹਿ ਰਿਹਾ। ਸੁਣਿਆਂ ਦੀ ਪਹਿਲੀ ਪੌੜੀ ਦੇ ਵਿੱਚ ਮਹਾਰਾਜ ਕਹਿੰਦੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਹੁਣ ਦੇਖੋ, ਇੱਥੇ ਧਰਤੀ ਦੀ ਗੱਲ ਕੀਤੀ, ਆਕਾਸ਼ ਦੀ ਗੱਲ ਕੀਤੀ, ਸੁਣਿਆ ਦੀਪ ਲੋਹ ਪਾਤਾਲ, ਕੰਟੀਨੈਂਟਸ ਦੀ, ਪਾਤਾਲਾਂ ਦੀ, ਫਿਰ ਤਿੰਨਾਂ ਲੋਕਾਂ ਦੀ ਗੱਲ ਕੀਤੀ ਆ। ਅਤੇ ਮਹਾਰਾਜ ਨੇ ਕਿਹਾ, ਸੁਣਿਆ ਪੋਹੇ ਨਾ ਸਕੈ ਕਾਲ, ਫਿਰ ਇਹਨੂੰ ਮੌਤ ਦਾ ਡਰ ਵੀ ਨਹੀਂ ਪਾਉਂਦਾ। ਹੁਣ ਦੇਖੋ, ਵੈਸੇ ਬਾਹਰੀ ਤੌਰ 'ਤੇ ਬੰਦਾ ਕਿੰਨੇ ਵਹਿਮ ਭਰਮ, ਕਿੰਨਾ ਡਰਦਾ ਹੈ। ਕਈ ਸੱਜਣ ਇਹਦਾ ਹੱਥ ਦੇਖਦੇ ਨੇ, ਫਿਰ ਦੱਸਦੇ, ਭਰਾਵਾ ਤੂੰ ਫਲਾਣੀ ਮੁਸ਼ਕਿਲ ਤੋਂ ਬਚਣਾ ਅਤੇ ਆਹ ਉਪਾਅ ਕਰ ਲੈ। ਪਰ ਜਦੋਂ ਬੰਦਾ ਸੁਣਨ ਦੀ ਪਹਿਲੀ ਸਟੇਜ 'ਤੇ ਪਹੁੰਚਦਾ ਹੈ, ਗੁਰਸਿੱਖਾਂ ਨੂੰ ਸੁਣਦਾ ਹੈ, ਇਹਨੂੰ ਬਾਹਰਲੀਆਂ ਗੱਲਾਂ ਤਾਂ ਸੌਖੀਆਂ ਹੀ ਸਮਝ ਲੱਗ ਜਾਂਦੀਆਂ ਵੀ ਲੈ ਮੁਸ਼ਕਿਲਾਂ ਤੋਂ ਕਾਹਦਾ ਡਰਨਾ, ਅਤੇ ਕੋਈ ਬੰਦਾ ਮੇਰਾ ਹੱਥ ਦੇਖ ਕੇ ਮੇਰਾ ਕੀ ਉਪਾਅ ਦੱਸੇਗਾ। ਮਹਾਰਾਜ ਨੇ ਤਾਂ ਕਹਿ ਦਿੱਤਾ, ਸੁਣਿਆ ਪੋਹੇ ਨਾ ਸਕੈ ਕਾਲ। ਸੁਣਨ ਦੇ ਨਾਲ ਉਹਦੇ ਅੰਦਰ ਮੌਤ ਦਾ ਡਰ ਹੀ ਖਤਮ ਹੋ ਜਾਂਦਾ ਹੈ। ਆਹ ਛੋਟੀਆਂ ਮੋਟੀਆਂ ਮੁਸ਼ਕਿਲਾਂ ਤਾਂ ਫਿਰ ਕੀ ਕਰਨਗੀਆਂ। ਤਾਂ ਤੁਸੀਂ ਸੋਚ ਕੇ ਦੇਖੋ, ਜਿਹਦੇ ਅੰਦਰ ਮੌਤ ਦਾ ਹੀ ਡਰ ਖਤਮ ਹੋ ਗਿਆ, ਕੋਈ ਜੋਤਸ਼ੀ ਆ ਕੇ ਕਵੇ ਤੇਰੀ ਫਲਾਣੀ ਮੁਸ਼ਕਿਲ ਦਾ ਮੈਂ ਹੱਲ ਦੱਸਣਾ ਹੈ, ਕੀ ਕਵੇਗਾ? ਭਰਾਵਾ ਮੈਨੂੰ ਨਹੀਂ ਚਾਹੀਦਾ, ਮੈਨੂੰ ਡਰ ਹੀ ਨਹੀਂ ਉਹਨਾਂ ਮੁਸ਼ਕਿਲਾਂ ਦਾ। ਤਾਂ ਪਹਿਲੀ ਸਟੇਜ ਦੇ ਵਿੱਚ ਬੰਦਾ ਪਦਾਰਥਾਂ ਦੇ ਨਿਯਮ ਸਮਝ ਲੈਂਦਾ। ਜਿਵੇਂ ਹੁਣ ਇੱਕ ਵਹਿਮ ਸੀ ਜੀ ਕਿ ਧਰਤੀ ਧੌਲੇ ਬਲਦ 'ਤੇ ਖੜੀ ਆ, ਉਹਦੇ ਸਿੰਘਾਂ 'ਤੇ ਆ, ਪਰ ਮਹਾਰਾਜ ਕਹਿੰਦੇ, ਸੁਣਿਆ ਧਰਤ ਧਵਲ ਆਕਾਸ਼। ਇਹਨੂੰ ਸਮਝ ਲੱਗ ਜਾਂਦੀ ਆ ਵੀ ਧਰਤੀ ਕਿਸੇ ਧੌਲੇ ਬਲਦ 'ਤੇ ਨਹੀਂ ਖੜੀ, ਪਰਮਾਤਮਾ ਦੇ ਆਸਰੇ 'ਤੇ ਖੜੀ, ਉਹਦੇ ਹੁਕਮ ਅੰਦਰ ਖੜੀ ਆ, ਉਹਦੇ ਨਿਯਮ ਦੇ ਵਿੱਚ ਖੜੀ ਆ, ਅਤੇ ਸੂਰਜ ਦੇ ਦੁਆਲੇ ਉਹ ਜਿਹੜੀ ਹੈ ਉਹ ਘੁੰਮ ਰਹੀ ਹੈ। ਸੁਣਨ ਦੀ ਪਹਿਲੀ ਸਟੇਜ ਦੇ ਵਿੱਚ ਸਮਝ ਲੱਗ ਜਾਂਦੀ ਆ। ਇਸ ਕਰਕੇ ਜਿਹੜਾ ਬੰਦਾ ਸੁਣਨ ਦੀ ਪਹਿਲੀ ਸਟੇਜ 'ਤੇ ਪਹੁੰਚ ਗਿਆ, ਜਿੱਥੇ ਉਹ ਗੁਰਸਿੱਖਾਂ ਦੇ ਵਿਚਾਰ ਸੁਣਦਾ ਹੈ, ਉੱਥੇ ਵਹਿਮਾਂ ਭਰਮਾਂ ਨੂੰ ਛੱਡ ਦਿੰਦਾ ਹੈ, ਉੱਥੇ ਉਹ ਪਦਾਰਥਾਂ ਦੇ ਨਿਯਮਾਂ ਨੂੰ ਸਮਝ ਜਾਂਦਾ ਹੈ ਵੀ ਮੈਂ ਕਿਸੇ ਜੋਤਸ਼ੀਆਂ ਅਤੇ ਪਖੰਡੀਆਂ ਦੇ ਭੁਲੇਖਿਆਂ 'ਚ ਨਹੀਂ ਪੈਣਾ। ਉਹ ਸੁਚੇਤ ਹੋ ਜਾਂਦਾ ਹੈ। ਇਹ ਪਹਿਲੀ ਸਟੇਜ। ਅਤੇ ਦੂਸਰੀ ਸਟੇਜ ਦੇ ਵਿੱਚ ਕੀ ਕਹਿੰਦੇ, ਹੁਣ ਦੇਖੋ, ਪਹਿਲੀ ਸਟੇਜ ਦੇ ਵਿੱਚ ਗ੍ਰੰਥਾਂ ਦੀ ਕਮਾਈ ਕਰਨ ਵਾਲਿਆਂ ਨੂੰ ਸੁਣਦਾ ਸੀ, ਜਾਂ ਗ੍ਰੰਥਾਂ ਦੀ ਕਮਾਈ ਕਰਨ ਵਾਲਿਆਂ ਬਾਰੇ ਸੁਣਦਾ ਸੀ, ਅਤੇ ਦੂਸਰੀ ਸਟੇਜ ਦੇ ਵਿੱਚ ਫਿਰ ਉਹਨਾਂ ਨੂੰ ਸੁਣ ਕੇ ਇਹ ਆਪ ਹੀ ਗ੍ਰੰਥ ਸੁਣਨ ਲੱਗ ਪੈਂਦਾ, ਆਪ ਹੀ ਇਹਨੂੰ ਗ੍ਰੰਥਾਂ ਨੂੰ ਸੁਣਨ ਦਾ ਚਾਅ ਪੈਦਾ ਹੋ ਜਾਂਦਾ ਹੈ। ਇਹ ਫਿਰ ਨਿਤਨੇਮ ਕਰਨ ਲੱਗ ਪੈਂਦਾ ਹੈ। ਨਿਤਨੇਮ ਕਰਕੇ, ਜਿਵੇਂ ਆਪਾਂ ਵਿਚਾਰ ਕੀਤੀ ਸੀ, ਨਿਤਨੇਮ ਕਰਨਾ ਕੇਵਲ ਬੋਲਣ ਦਾ ਅਭਿਆਸ ਨਹੀਂ ਹੈ, ਬੋਲ ਕੇ ਕੰਨਾਂ ਤੋਂ ਸੁਣਨ ਦਾ ਵੀ ਅਭਿਆਸ ਹੈ। ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਜੋ ਜ਼ੁਬਾਨ ਕਰਕੇ ਬੋਲ ਰਹੇ ਹਾਂ, ਫਿਰ ਉਹਨੂੰ ਕੰਨਾਂ ਤੋਂ ਸੁਣੀਏ ਵੀ। ਤਾਂ ਦੂਸਰੀ ਸਟੇਜ ਦੇ ਵਿੱਚ ਫਿਰ ਇਹ ਨਿਤਨੇਮ ਕਰਦਾ, ਨਾਮ ਦਾ ਅਭਿਆਸ ਕਰਦਾ, ਵਾਹਿਗੁਰੂ ਵਾਹਿਗੁਰੂ ਜ਼ਬਾਨ ਤੋਂ ਬੋਲਦਾ ਹੈ, ਫਿਰ ਉਹਨੂੰ ਕੰਨਾਂ ਤੋਂ ਸੁਣਦਾ ਵੀ ਆ। ਹੁਣ ਦੇਖੋ, ਦੂਸਰੀ ਪੌੜੀ ਦੇ ਵਿੱਚ ਮਹਾਰਾਜ ਨੇ ਕਿਹਾ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁੱਖ ਸਾਲਾਹਣ ਮੰਦ, ਮੰਦਾ ਪੁਰਸ਼ ਵੀ ਉਹਦੀ ਸਿਫਤ ਕਰਨ ਲੱਗ ਪੈਂਦਾ ਹੈ। ਹੁਣ ਦੂਜੀ ਸਟੇਜ 'ਚ ਆਪਾਂ ਹੀ ਵਿਚਾਰ ਰਹੇ ਹਾਂ ਵੀ ਸਫਲ ਹੋਇਆਂ ਨੂੰ ਸੁਣ ਸੁਣ ਕੇ ਇਹਨੂੰ ਵੀ ਰੱਬ ਦੀ ਸਿਫਤ ਕਰਨ ਦਾ ਚਾਅ ਪੈਦਾ ਹੋ ਜਾਂਦਾ ਹੈ। ਅਤੇ ਮਹਾਰਾਜ ਨੇ ਕਿਹਾ, ਸੁਣਿਆ ਮੁੱਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ। ਇਹਨੂੰ ਫਿਰ ਜੁਗਤੀ ਪਤਾ ਲੱਗ ਜਾਂਦੀ ਆ ਵੀ ਮੈਂ ਕਿਵੇਂ ਅਭਿਆਸ ਕਰਨਾ ਹੈ,
ਵੀ ਜ਼ੁਬਾਨ ਤੋਂ ਬੋਲਣਾ ਹੈ, ਫਿਰ ਕੰਨਾਂ ਤੋਂ ਸੁਣਨਾ ਹੈ। ਤਨ ਦੇ ਭੇਦ ਬਾਰੇ ਸਮਝ ਲੱਗ ਜਾਂਦੀ ਆ ਵੀ ਇਹ ਅੱਖਾਂ ਕੰਨ ਇਹ ਜਿੰਨੇ ਵੀ ਗਿਆਨ ਇੰਦਰੇ ਨੇ, ਮੈਂ ਇਹਨਾਂ ਨੂੰ ਕਿਵੇਂ ਵਰਤਣਾ ਹੈ। ਇਹਨਾਂ ਤੋਂ ਕੁਝ ਗਲਤ ਨਹੀਂ ਸੁਣਨਾ, ਚੰਗਾ ਸੁਣਨਾ ਹੈ, ਨਿਤਨੇਮ ਕਰਨਾ ਹੈ। ਇਹਨਾਂ ਆਪਣੀ ਰਸਨਾ ਤੋਂ ਨਿਤਨੇਮ ਕਰਨਾ ਹੈ, ਕੰਨਾਂ ਤੋਂ ਚੰਗਾ ਸੁਣਨਾ ਹੈ। ਇਹਨੂੰ ਆਪਣੇ ਤਨ ਦੇ ਭੇਦ ਬਾਰੇ ਪਤਾ ਲੱਗ ਜਾਂਦਾ, ਜਾਂ ਤਨ ਦੀ ਵਰਕਿੰਗ ਕੀ ਆ, ਐਸਾ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਸੁਣਿਆ ਜੋਗ ਜੁਗਤ ਤਨ ਭੇਦ, ਫਿਰ ਸੁਣਿਆ ਸਾਸਤ ਸਿਮਰਤ ਵੇਦ। ਹੁਣ ਆਪਾਂ ਕਿਹਾ ਸੀ ਨਾ ਨਿਤਨੇਮ ਕਰਨ ਲੱਗ ਪੈਂਦਾ, ਆਪ ਗ੍ਰੰਥਾਂ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੰਦਾ। ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਸਾਸਤ ਸਿਮਰਤ ਵੇਦ। ਇਹਦਾ ਭਾਵ ਅਰਥ ਧਰਮ ਗ੍ਰੰਥ ਹੀ ਲੈਣਾ ਹੈ, ਕਿਉਂਕਿ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਕਈ ਵਾਰੀ ਕਿਸੇ ਨੂੰ ਪਰਥਾਏ ਕਰਕੇ ਬੋਲਿਆ ਜਾਂਦਾ ਹੈ, ਜਿਵੇਂ ਹੁਣ ਝੂਠ ਨਾ ਬੋਲ ਪਾਂਡੇ ਕਿਆ ਹੈ, ਪਰ ਇੱਥੋਂ ਇਹ ਨਹੀਂ ਸਮਝ ਲੈਣਾ ਵੀ ਇਹ ਉਪਦੇਸ਼ ਕੇਵਲ ਪੰਡਤ ਨੂੰ ਹੀ ਆ, ਹਰ ਉਸ ਬੰਦੇ ਨੂੰ ਆ ਜਿਹੜਾ ਧਰਮ ਦੀ ਅਗਵਾਈ ਕਰ ਰਿਹਾ। ਇਸੇ ਤਰ੍ਹਾਂ ਸਾਸਤ ਸਿਮਰਤ ਵੇਦ ਦਾ ਅਰਥ ਇੱਥੇ ਧਰਮ ਗ੍ਰੰਥ ਹੀ ਲੈਣਾ ਹੈ, ਉਹ ਭਾਵੇਂ ਕਿਸੇ ਵੀ ਧਰਮ ਦੇ ਹੋਣ। ਮਹਾਰਾਜ ਕਹਿੰਦੇ ਵੀ ਇਸ ਅਵਸਥਾ ਦੇ ਵਿੱਚ ਉਹ ਆਪ ਧਰਮ ਗ੍ਰੰਥਾਂ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੰਦਾ। ਹੁਣ ਦੇਖੋ ਇਹ ਵਿਚਾਰ ਢੁੱਕਦੀ ਆ ਦੂਸਰੀ ਪੌੜੀ ਤੇ। ਤਾਂ ਮਹਾਰਾਜ ਕਹਿੰਦੇ ਨੇ ਦੂਸਰੀ ਸਟੇਜ ਦੇ ਵਿੱਚ ਇਹ ਫਿਰ ਆਪ ਗ੍ਰੰਥਾਂ ਨੂੰ ਸੁਣਨ ਲੱਗ ਪੈਂਦਾ ਹੈ, ਆਪ ਨਿਤਨੇਮ ਕਰਨ ਲੱਗ ਪੈਂਦਾ ਹੈ। ਹਾਲਾਂਕਿ ਇਸ ਸਟੇਜ ਦੇ ਵਿੱਚ ਇਹਨੂੰ ਹਜੇ ਰਸ ਨਹੀਂ ਆਉਂਦਾ। ਰਸ ਕਿਉਂ ਨਹੀਂ ਆਉਂਦਾ? ਇਸ ਕਰਕੇ ਨਹੀਂ ਆਉਂਦਾ ਕਿਉਂਕਿ ਇਹਦਾ ਹਜੇ ਮਨ ਮੈਲਾ ਹੈ। ਅਤੇ ਆਪਾਂ ਇਹ ਵੀ ਵਿਚਾਰ ਕੀਤੀ ਸੀ ਕਿ ਸਾਡਾ ਮਨ ਮੈਲਾ ਹੈ ਅਤੇ ਨਾਮ ਬਹੁਤ ਪਵਿੱਤਰ ਆ, ਅਤੇ ਮੈਲੇ ਅਤੇ ਪਵਿੱਤਰ ਚੀਜ਼ ਦਾ ਮੇਲ ਕਿਵੇਂ ਹੋਵੇਗਾ? ਜਦੋਂ ਹੀ ਚਾਨਣ ਆਵੇਗਾ ਹਨੇਰੇ ਨੇ ਭੱਜ ਜਾਣਾ। ਅਤੇ ਜਿਸ ਬੰਦੇ ਦਾ ਮਨ ਮੈਲਾ ਹੋਵੇ ਨਾ, ਉਹ ਜਦੋਂ ਹੀ ਰਸਨਾ ਤੋਂ ਨਿਤਨੇਮ ਕਰਨ ਲੱਗੇਗਾ ਮਨ ਨੇ ਕਿਤੇ ਭੱਜ ਜਾਣਾ। ਗੁਰਬਾਣੀ ਦੇ ਵਿੱਚ ਇੱਕ ਫਰਮਾਨ ਵੀ ਆਉਂਦਾ ਹੈ, ਮਹਾਰਾਜ ਨੇ ਕਹਿ ਦਿੱਤਾ ਵੀ ਇਹ ਮਨ ਤਾਂ ਇੱਕ ਬੱਚੇ ਦੀ ਤਰ੍ਹਾਂ ਹੈ। ਕਾਇਆ ਨਗਰ ਇੱਕ ਬਾਲਕ ਵਸਿਆ, ਖਿਨ ਪਲ ਥਿਰ ਨਾ ਰਹਾਈ, ਅਨਕ ਉਪਾਵ ਯਤਨ ਕਰ ਥਾਕੇ ਬਾਰੰਬਾਰ ਪਰਮਾਈ। ਮਹਾਰਾਜ ਕਹਿੰਦੇ ਇਹ ਕਾਇਆ ਨਗਰ ਦੇ ਵਿੱਚ, ਸਰੀਰ ਨਗਰ ਦੇ ਵਿੱਚ ਇੱਕ ਬੱਚਾ ਵੱਸਦਾ ਹੈ, ਅਤੇ ਬੱਚਾ ਇੰਨਾ ਸ਼ਰਾਰਤੀ ਹੈ। ਤੁਸੀਂ ਦੇਖ ਲਓ ਸ਼ਰਾਰਤੀ ਬੱਚਾ ਕਦੀ ਟਿਕਦਾ ਨਹੀਂ, ਕਦੀ ਕੋਈ ਸ਼ਰਾਰਤ ਕਰ ਦੇਗਾ, ਕਦੀ ਘਰੋਂ ਬਾਹਰ ਨਿਕਲ ਜਾਏਗਾ, ਉੱਥੇ ਕਿਸੇ ਨਾਲ ਲੜ ਕੇ ਆ ਜਾਏਗਾ, ਕਦੀ ਘਰੇ ਬੈਠਾ ਕੋਈ ਚੀਜ਼ ਨੂੰ ਤੋੜ ਫੋੜ ਦੇਵੇਗਾ, ਕਲਾਸ ਦੇ ਵਿੱਚ ਬੈਠਾ ਟੀਚਰ ਪੜ੍ਹਾ ਰਿਹਾ ਹੁੰਦਾ, ਬੱਚਾ ਕੋਈ ਹੋਰ ਹੀ ਸ਼ਰਾਰਤਾਂ ਵਿੱਚ ਲੱਗਿਆ ਹੁੰਦਾ ਹੈ। ਜਿਵੇਂ ਸ਼ਰਾਰਤੀ ਬੱਚਾ ਟਿਕਦਾ ਨਹੀਂ, ਇਸੇ ਤਰ੍ਹਾਂ ਮੈਲਾ ਮਨ ਵੀ ਟਿਕਦਾ ਨਹੀਂ ਹੈ। ਫਿਰ ਤੁਸੀਂ ਕਹੋ ਵੀ ਕਈ ਵਾਰੀ ਸਾਨੂੰ ਇੰਨਾ ਸਮਾਂ ਲੰਘ ਜਾਂਦਾ ਨਿਤਨੇਮ ਕਰਦਿਆਂ, ਮਨ ਫਿਰ ਵੀ ਨਹੀਂ ਟਿਕਦਾ। ਉਹਦਾ ਕਾਰਨ ਕੀ ਹੈ ਸਾਧ ਸੰਗਤ? ਕਿ ਸਾਡਾ ਮਾੜੇ ਕਰਮਾਂ ਦਾ ਅਭਿਆਸ ਨਹੀਂ ਛੁੱਟਦਾ। ਤੁਸੀਂ ਦੇਖੋ ਜੇ ਬੰਦਾ ਨਿਤਨੇਮ ਕਰ ਰਿਹਾ ਹੈ, ਜਿਸ ਬੰਦੇ ਦਾ ਨਿਤਨੇਮ ਕਰਦਿਆਂ ਮਨ ਨਹੀਂ ਨਾ ਟਿਕਦਾ, ਸਮਝੋ ਉਹ ਨਿਤਨੇਮ ਦੇ ਨਾਲ ਕੁਝ ਹੋਰ ਗਲਤ ਵੀ ਕਰ ਰਿਹਾ। ਨਿੰਦਿਆ ਸੁਣਨੀ ਨਹੀਂ ਇਹਨੇ ਛੱਡੀ, ਗੀਤ ਸੁਣਨੇ ਨਹੀਂ ਇਹਨੇ ਛੱਡੇ, ਗਲਤ ਮੂਵੀਜ਼ ਦੇਖਣੀਆਂ ਨਹੀਂ ਇਹਨੇ ਛੱਡੀਆਂ, ਗੱਲਾਂ ਦੇ ਚਸਕੇ ਲੈਣੇ ਨਹੀਂ ਇਹਨੇ ਛੱਡੇ, ਹੋਰ ਪਦਾਰਥਾਂ ਦੇ ਚਸਕੇ ਨਹੀਂ ਛੱਡੇ। ਹੁਣ ਨਿਤਨੇਮ ਤਾਂ ਕਰ ਰਿਹਾ ਪਰ ਨਾਲ ਵਕਾਰਾਂ ਦਾ ਵੀ ਅਭਿਆਸ ਕਰ ਰਿਹਾ। ਇਹਦੇ ਵਕਾਰਾਂ ਦਾ ਇੰਨਾ ਅਭਿਆਸ ਹੈ ਵੀ ਮਨ ਮੈਲਾ ਹੋਇਆ ਰਹਿੰਦਾ। ਜਿੰਨਾ ਬਾਣੀ ਪਵਿੱਤਰ ਕਰਦੀ ਫਿਰ ਮੈਲ ਲੱਦ ਕੇ ਆ ਜਾਂਦਾ। ਮੰਨ ਲਓ ਹੁਣ ਮੈਂ ਘਰੇ ਸਫਾਈ ਕਰਾਂ, ਇੱਕ ਜਾਣਾ ਝਾੜੂ ਫੇਰਦਾ ਰਹੇ, ਦੂਜਾ ਬੁੱਕਾਂ ਭਰ ਭਰ ਕੇ ਮਿੱਟੀ ਸੱਟੀ ਜਾਵੇ, ਉਹ ਘਰ ਸਾਫ਼ ਕਿਵੇਂ ਹੋਵੇਗਾ? ਇੱਕ ਪਾਸੇ ਅਸੀਂ ਨਿਤਨੇਮ ਕਰੀ ਜਾਈਏ, ਨਾਲ ਨਾਲ ਅਸੀਂ ਗਲਤ ਵਿਚਾਰ ਵੀ ਇਹਦੇ ਅੰਦਰ ਸੁੱਟੀ ਜਾਈਏ, ਮਨ ਹੋਵੇਗਾ। ਮਹਾਰਾਜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਓ। ਇਹ ਮਨ ਤਾਂ ਸਦੀਆਂ ਦਾ ਮੈਲਾ ਹੈ, ਜਨਮਾਂ ਜਨਮਾਂ ਦਾ ਮੈਲਾ ਹੈ। ਜਨਮਾਂ ਜਨਮਾਂ ਤੋਂ ਸਾਡੇ ਬੁਰੇ ਕਰਮਾਂ ਦਾ ਅਭਿਆਸ ਇੰਨਾ ਹੈ, ਜਨਮਾਂ ਜਨਮਾਂ ਤੋਂ ਸਾਡੇ ਅੰਦਰ ਬੁਰੇ ਕਰਮਾਂ ਦਾ ਇੰਨਾ ਅਭਿਆਸ ਹੈ ਕਿ ਇਹ ਮਨ ਇੰਨਾ ਮੈਲਾ ਹੋ ਚੁੱਕਾ ਹੈ। ਇਸ ਕਰਕੇ ਜੇ ਅਸੀਂ ਨਾਮ ਦਾ ਰਸ ਲੈਣਾ ਚਾਹੁੰਦੇ ਹਾਂ ਤਾਂ ਮਾੜੇ ਕਰਮਾਂ ਦਾ ਵੀ ਅਭਿਆਸ ਛੱਡੀਏ। ਪਰ ਇਹ ਨਹੀਂ ਸਮਝ ਲੈਣਾ ਵੀ ਜੇ ਇੰਨਾ ਸਮਾਂ ਬਾਣੀ ਪੜ੍ਹਦੇ ਹਾਂ ਮਨ ਟਿਕਦਾ ਨਹੀਂ, ਅਤੇ ਬਾਣੀ ਪੜ੍ਹਨ ਦਾ ਅਤੇ ਸੁਣਨ ਦਾ ਫਾਇਦਾ ਨਹੀਂ। ਇਸ ਤਰ੍ਹਾਂ ਨਹੀਂ। ਹੁਣ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਕਿਸੇ ਸਿੱਖਾਂ ਨੇ ਸਵਾਲ ਕੀਤਾ ਸੀ, ਮਹਾਰਾਜ ਲੰਮਾ ਸਮਾਂ ਹੋ ਗਿਆ ਬਾਣੀ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਪਰ ਮਨ ਤਾਂ ਟਿਕਦਾ ਨਹੀਂ ਅਤੇ ਫਾਇਦਾ ਹੀ ਨਹੀਂ ਲੱਗਦਾ ਸਾਨੂੰ ਬਾਣੀ ਪੜ੍ਹਨ ਦਾ। ਅਤੇ ਮਹਾਰਾਜ ਕਹਿੰਦੇ ਮੈਨੂੰ ਇਹ ਦੱਸੋ, ਜਦੋਂ ਤੁਸੀਂ ਬਾਣੀ ਨਹੀਂ ਸੀ ਪੜ੍ਹਨ ਲੱਗੇ, ਕਿ ਉਦੋਂ ਤੁਹਾਨੂੰ ਪਤਾ ਸੀ ਕਿ ਕੋਈ ਐਸੀ ਵੀ ਚੀਜ਼ ਹੈ ਜਿਹੜੀ ਮੈਲੀ ਆ ਅਤੇ ਜਿਹਨੂੰ ਪਵਿੱਤਰ ਕਰਨਾ ਹੈ? ਉਦੋਂ ਮਨ ਦੀ ਸੋਝੀ ਸੀ ਤੁਹਾਨੂੰ? ਕਹਿੰਦੇ ਮਹਾਰਾਜ ਨਹੀਂ। ਅਤੇ ਮਹਾਰਾਜ ਕਹਿੰਦੇ ਹੁਣ ਮਨ ਦੀ ਸੋਝੀ ਕਿਵੇਂ ਆਈ? ਬਾਣੀ ਪੜ੍ਹ ਪੜ੍ਹ ਕੇ ਹੀ ਆਈ ਨਾ। ਇਹ ਨਹੀਂ ਵੀ ਵਿਕਾਸ ਨਹੀਂ ਹੁੰਦਾ, ਵਿਕਾਸ ਹੁੰਦਾ ਹੈ। ਦੂਸਰੀ ਸਟੇਜ ਦੇ ਵਿੱਚ ਜਦੋਂ ਬੰਦਾ ਨਾਮ ਸੁਣਦਾ, ਲਗਾਤਾਰ ਸੁਣਦਾ ਹੈ, ਫਿਰ ਉਹਨੂੰ ਇਹ ਸੋਝੀ ਆ ਜਾਂਦੀ ਆ ਵੀ ਮੈਂ ਮਨ ਨੂੰ ਟਿਕਾਉਣਾ ਵੀ ਆ।
ਹੁਣ ਦੇਖੋ ਜਿਹਨੂੰ ਲੰਮਾ ਸਮਾਂ ਹੋ ਗਿਆ ਨਿਤਨੇਮ ਕਰਦਿਆਂ, ਉਹਨਾਂ ਨੂੰ ਪਤਾ ਤਾਂ ਲੱਗ ਜਾਂਦਾ ਵੀ ਯਾਰ ਮਨ ਨੂੰ ਮੈਂ ਕੋਸ਼ਿਸ਼ ਕਰਾਂ ਟਿਕਾਉਣ ਦੀ, ਉਹਨੂੰ ਮਨ ਦੀ ਸੋਝੀ ਆ ਜਾਂਦੀ ਆ। ਇਸ ਕਰਕੇ ਦੂਸਰੀ ਸਟੇਜ ਦੇ ਵਿੱਚ ਬੰਦਾ ਆਪ ਨਿਤਨੇਮ ਕਰਨ ਲੱਗ ਪੈਂਦਾ ਹੈ, ਆਪ ਨਾਮ ਜਪਣ ਲੱਗ ਪੈਂਦਾ ਹੈ। ਭਾਵੇਂ ਇਹਦੇ ਅੰਦਰ ਮਨ ਨੂੰ ਰਸ ਨਹੀਂ ਆ ਰਿਹਾ, ਕਿਉਂਕਿ ਮਨ ਮੈਲਾ ਹੈ, ਇਸ ਕਰਕੇ ਰਸ ਨਹੀਂ ਆ ਰਿਹਾ। ਪਰ ਜਿਵੇਂ ਜਿਵੇਂ ਅਭਿਆਸ ਕਰਦਾ ਜਾਵੇਗਾ, ਮਾੜੇ ਕਰਮਾਂ ਦੇ ਅਭਿਆਸ ਛੱਡਦਾ ਜਾਵੇਗਾ, ਫਿਰ ਇਹਦੇ ਅੰਦਰ ਰਸ ਆਉਣਾ ਵੀ ਸ਼ੁਰੂ ਹੋ ਜਾਂਦਾ, ਕਿਉਂਕਿ ਮਨ ਪਵਿੱਤਰ ਹੋ ਜਾਂਦਾ ਹੈ। ਇਹ ਤੀਸਰੀ ਸਟੇਜ ਆ। ਤੀਸਰੀ ਸਟੇਜ ਦੇ ਵਿੱਚ ਮਹਾਰਾਜ ਨੇ ਕਿਹਾ, ਸੁਣਿਆ ਸਤ ਸੰਤੋਖ ਗਿਆਨ। ਤੀਸਰੀ ਸਟੇਜ ਦੇ ਵਿੱਚ ਇਹਦੇ ਅੰਦਰ ਫਿਰ ਸੱਤ ਆ ਜਾਂਦਾ ਹੈ, ਸੰਤੋਖ ਆ ਜਾਂਦਾ ਹੈ, ਇਹਦੇ ਅੰਦਰ ਅਨੁਭਵ, ਜੋ ਨਿਤਨੇਮ ਕਰ ਰਿਹਾ ਹੈ ਉਹਦਾ ਅਨੁਭਵ ਆਉਣਾ ਸ਼ੁਰੂ ਹੋ ਜਾਂਦਾ ਹੈ। ਹੁਣ ਉਹਦਾ ਜੀਵਨ ਪ੍ਰੈਕਟੀਕਲ ਹੋਣਾ ਸ਼ੁਰੂ ਹੋ ਜਾਂਦਾ ਹੈ। ਅਤੇ ਮਹਾਰਾਜ ਨੇ ਇੱਥੇ ਸ਼ਬਦ ਵਰਤਿਆ, ਸੁਣਿਆ 68 ਕਾ ਇਸ਼ਨਾਨ। ਸੁਣਨ ਦੇ ਨਾਲ ਹੀ ਮੰਨ ਲਓ ਇਹਦੇ 68 ਤੀਰਥਾਂ ਦਾ ਇਸ਼ਨਾਨ ਹੋ ਗਿਆ। ਹੁਣ ਦੇਖੋ ਇੱਕ ਪਾਸੇ ਆਪਾਂ ਇਹ ਵਿਚਾਰ ਰਹੇ ਹਾਂ ਵੀ ਤੀਸਰੀ ਸਟੇਜ ਦੇ ਵਿੱਚ ਇਹਦਾ ਮਨ ਜਿਹੜਾ ਮੈਲਾ ਸੀ ਪਵਿੱਤਰ ਹੋ ਜਾਂਦਾ ਹੈ, ਇਸ ਕਰਕੇ ਇਹਦਾ ਧਿਆਨ ਲੱਗ ਜਾਂਦਾ ਹੈ। ਹੁਣ ਤੀਜੀ ਪੌੜੀ 'ਚ ਵੀ ਮਹਾਰਾਜ ਇਹੀ ਕਹਿ ਰਹੇ ਨੇ, ਸੁਣਿਆ 68 ਕਾ ਇਸ਼ਨਾਨ। ਹੁਣ 68 ਤੀਰਥਾਂ ਦਾ ਇਸ਼ਨਾਨ ਕਿਉਂ ਕਰਦੇ ਸੀ? ਉਹ ਤਾਂ ਤਨ ਪਵਿੱਤਰ ਕਰਦਾ ਸੀ। 68 ਤੀਰਥਾਂ ਦੇ ਇਸ਼ਨਾਨ ਦੇ ਨਾਲ ਤਨ ਪਵਿੱਤਰ ਹੁੰਦਾ ਸੀ, ਪਰ ਮਹਾਰਾਜ ਕਹਿੰਦੇ ਨਾਮ ਸੁਣਨ ਦੇ ਨਾਲ ਮਨ ਪਵਿੱਤਰ ਹੋ ਜਾਂਦਾ। ਮਾਨੋ ਮਨ ਦਾ ਇਸ਼ਨਾਨ ਹੋ ਗਿਆ। ਹੁਣ ਮਨ ਪਵਿੱਤਰ ਦੀ ਗੱਲ ਹੋ ਗਈ, ਅਤੇ ਨਾਲ ਆਪਾਂ ਵਿਚਾਰਿਆ ਸੀ ਵੀ ਫਿਰ ਧਿਆਨ ਲੱਗ ਜਾਂਦਾ ਹੈ। ਅਤੇ ਅਗਲੀ ਤੁਕ ਮਹਾਰਾਜ ਨੇ ਕਹਿ ਦਿੱਤਾ, ਸੁਣਿਆ ਲੱਗੈ ਸਹਿਜ ਧਿਆਨ। ਫਿਰ ਸਹਿਜੇ ਹੀ ਇਹਦਾ ਧਿਆਨ ਲੱਗ ਜਾਂਦਾ, ਫਿਰ ਇਹਦਾ ਮਨ ਡੋਲਦਾ ਨਹੀਂ, ਇੱਧਰ ਉੱਧਰ ਭਟਕਦਾ ਨਹੀਂ, ਕਿਉਂਕਿ ਉਹ ਪਵਿੱਤਰ ਹੋ ਜਾਂਦਾ ਹੈ। ਤੋ ਤੀਸਰੀ ਸਟੇਜ ਦੀ ਜਿਹੜੀ ਗੱਲ ਕੀਤੀ ਸੀ ਉਹ ਵੀ ਦੇਖੋ ਇੱਥੇ ਬਿਲਕੁਲ ਢੁਕਦੀ ਪਈ ਆ ਕਿ ਇਹਦੇ ਅੰਦਰ ਫਿਰ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ, ਇਹਦਾ ਜੀਵਨ ਪ੍ਰੈਕਟੀਕਲ ਹੋ ਜਾਂਦਾ ਹੈ, ਮਨ ਜੁੜ ਜਾਂਦਾ ਹੈ, ਧਿਆਨ ਜੁੜ ਜਾਂਦਾ ਹੈ, ਕਿਉਂਕਿ ਇਹਦਾ ਮਨ ਜਿਹੜਾ ਉਹ ਪਵਿੱਤਰ ਹੋ ਜਾਂਦਾ। ਇਹ ਤੀਸਰੀ ਸਟੇਜ। ਅਤੇ ਫਿਰ ਚੌਥੀ ਸਟੇਜ ਦੇ ਵਿੱਚ ਜਦੋਂ ਹੁਣ ਮਨ ਪਵਿੱਤਰ ਹੋ ਗਿਆ, ਜਪ ਰਿਹਾ, ਗੁਣ ਆਉਂਦੇ ਗਏ, ਅਤੇ ਇੱਕ ਦਿਨ ਫਿਰ ਇਹ ਸਾਰੇ ਗੁਣਾਂ ਦਾ ਹੀ ਮਾਲਕ ਹੋ ਜਾਂਦਾ ਹੈ, ਪਰਮਾਤਮਾ 'ਚ ਹੀ ਅਭੇਦ ਹੋ ਜਾਂਦਾ ਹੈ। ਜਿਹਨੂੰ ਮਹਾਰਾਜ ਨੇ ਕਿਹਾ, ਸੁਣਿਆ ਸਰਾ ਗੁਣਾ ਕੇ ਗਾ। ਸਰਾ ਦਾ ਅਰਥ ਹੈ ਸਰੋਵਰ, ਸਰਾ ਗੁਣਾ ਕੇ, ਗੁਣਾਂ ਦੇ ਸਰੋਵਰ ਦਾ ਮਾਲਕ ਬਣ ਜਾਂਦਾ ਹੈ। ਗੁਣਾਂ ਦੇ ਸਰੋਵਰ ਨੂੰ ਗਾ ਲੈਂਦਾ ਹੈ, ਭਾਵ ਬੇਅੰਤ ਗੁਣਾਂ ਦੇ ਨਾਲ ਸਾਂਝ ਪਾ ਲੈਂਦਾ ਹੈ, ਪਰਮਾਤਮਾ 'ਚ ਅਭੇਦ ਹੋ ਜਾਂਦਾ ਹੈ। ਤੋ ਇਹ 4 ਸਟੇਜਸ ਸੀ। ਫਿਰ ਆਪਾਂ ਰਿਵਾਈਜ਼ ਕਰ ਲਈਏ ਵੀ ਦੇਖੋ ਕਿਵੇਂ ਇਹ ਵਿਚਾਰ 4 ਪੌੜੀਆਂ 'ਤੇ ਢੁਕਦੀ ਆ। ਪਹਿਲੀ ਸਟੇਜ ਕਿ ਭਾਈ ਸਤ ਸੰਗਤ ਕਰੋ, ਸਫਲ ਹੋਇਆਂ ਨੂੰ ਸੁਣੋ। ਅਤੇ ਜਦੋਂ ਸਤ ਸੰਗਤ ਕਰਦਾ ਫਿਰ ਇਹਨੂੰ ਪਦਾਰਥਾਂ ਦੇ ਨਿਯਮਾਂ ਦੀ ਸਮਝ ਲੱਗ ਜਾਂਦੀ, ਬਾਹਰਮੁਖੀ ਸਮਝ ਲੱਗ ਜਾਂਦੀ ਹੈ, ਵਹਿਮਾਂ ਭਰਮਾਂ ਤੋਂ ਬਚ ਜਾਂਦਾ ਹੈ, ਕਰਮ ਕਾਂਡਾਂ ਤੋਂ ਬਚ ਜਾਂਦਾ ਹੈ, ਕਈ ਗਲਤ ਭੁਲੇਖਿਆਂ ਤੋਂ ਬਚ ਜਾਂਦਾ। ਹੁਣ ਪਹਿਲੀ ਸਟੇਜ ਦੇ ਵਿੱਚ ਮਹਾਰਾਜ ਨੇ ਧਰਤੀ ਆਕਾਸ਼ ਦਾ ਗਿਆਨ ਦੀ ਗੱਲ ਕੀਤੀ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿ ਨਾ ਸਕੈ ਕਾਲ, ਇਹ ਵਾਲੀਆਂ ਗੱਲਾਂ ਕੀਤੀਆਂ। ਫਿਰ ਜਦੋਂ ਬੰਦਾ ਇਹ ਕੁਝ ਕਰਨ ਲੱਗ ਪੈਂਦਾ ਹੈ ਦੂਸਰੀ ਸਟੇਜ ਦੇ ਵਿੱਚ, ਫਿਰ ਸਫਲ ਹੋਇਆਂ ਨੂੰ ਸੁਣ ਸੁਣ ਕੇ ਇਹਦੇ ਅੰਦਰ ਨਾਮ ਜਪਣਾ, ਆਪ ਨਿਤਨੇਮ ਕਰਨ ਦਾ ਚਾਅ ਪੈਦਾ ਹੋ ਜਾਂਦਾ ਹੈ। ਜਿਹਨੂੰ ਮਹਾਰਾਜ ਨੇ ਹੁਣ ਦੂਸਰੀ ਪੌੜੀ ਸੁਣਿਆ ਦੀ ਦੂਸਰੀ ਪੌੜੀ 'ਚ ਕਿਹਾ, ਸੁਣਿਆ ਮੁਖ ਸਲਾਹਣ ਮੰਦ। ਮੰਦਾ ਪੁਰਸ਼ ਵੀ ਉਹਨੂੰ ਸਲਾਹੁਣ ਲੱਗ ਪੈਂਦਾ। ਹੁਣ ਨਿਤਨੇਮ ਕਰਨ ਦਾ ਚਾਅ ਪੈਦਾ ਹੋ ਗਿਆ। ਇੱਥੇ ਮਹਾਰਾਜ ਨੇ ਕਿਹਾ, ਸੁਣਿਆ ਮੁਖ ਸਲਾਹਣ ਮੰਦ। ਫਿਰ ਇਹਦੇ ਅੰਦਰ ਜੁਗਤੀ ਪੈਦਾ ਹੋ ਜਾਂਦੀ, ਜੁਗਤੀ ਪਤਾ ਲੱਗ ਜਾਂਦੀ ਆ ਕਿ ਕਿਵੇਂ ਰਸਨਾ ਤੋਂ ਜਪਣਾ ਹੈ ਅਤੇ ਕੰਨਾਂ ਤੋਂ ਸੁਣਨਾ ਹੈ। ਫਿਰ ਧਰਮ ਗ੍ਰੰਥਾਂ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੰਦਾ ਹੈ। ਮਹਾਰਾਜ ਨੇ ਕਿਹਾ, ਸੁਣਿਆ ਸਾਸਤ ਸਿਮਰਤ ਵੇਦ। ਤੋ ਇਹ ਵੀ ਦੂਸਰੀ ਪੌੜੀ ਦੇ ਨਾਲ ਢੁਕਦੀ ਹੈ ਸੁਣਿਆ ਦੀ। ਫਿਰ ਤੀਸਰੀ ਸਟੇਜ ਦੇ ਵਿੱਚ ਕਿਹਾ ਸੀ ਵੀ ਜਿਹੜਾ ਮਨ ਮੈਲਾ ਸੀ ਉਹ ਪਵਿੱਤਰ ਹੋ ਜਾਂਦਾ ਹੈ। ਉਹਨੂੰ ਮਹਾਰਾਜ ਨੇ ਕਿਹਾ, ਸੁਣਿਆ 68 ਕਾ ਇਸ਼ਨਾਨ। ਅਤੇ ਜਦੋਂ ਮਨ ਪਵਿੱਤਰ ਹੋ ਗਿਆ ਫਿਰ ਇਹਦਾ ਧਿਆਨ ਜੁੜ ਜਾਂਦਾ ਹੈ, ਮਨ ਟਿਕ ਜਾਂਦਾ ਹੈ। ਉਹਨੂੰ ਮਹਾਰਾਜ ਨੇ ਕਿਹਾ, ਸੁਣਿਆ ਲਾਗੇ ਸਹਿਜ ਧਿਆਨ। ਤੋ ਇਹ ਜਿਹੜੀਆਂ 3 ਸਟੇਜਿਸ ਹੋ ਗਈਆਂ। ਫਿਰ ਚੌਥੀ ਸਟੇਜ ਦੇ ਵਿੱਚ ਸੁਣ ਸੁਣ ਕੇ ਜਿਹਨੂੰ ਸੁਣ ਰਿਹਾ ਹੈ, ਜਿਸ ਪਰਮਾਤਮਾ ਦੇ ਨਾਮ ਨੂੰ ਸੁਣ ਰਿਹਾ, ਉਹਦੇ 'ਚ ਅਭੇਦ ਹੋ ਜਾਂਦਾ ਹੈ, ਸਾਰੇ ਗੁਣਾਂ ਦਾ ਮਾਲਕ ਬਣ ਜਾਂਦਾ ਹੈ। ਉਹਨੂੰ ਮਹਾਰਾਜ ਨੇ ਕਿਹਾ, ਸੁਣਿਆ ਸਰਾ ਗੁਣਾ ਕੇ ਗਾ। ਤੋ ਇਹ 4 ਸਟੇਜਿਸ ਨੇ। ਹੁਣ ਦੇਖੋ ਇੱਥੇ ਮਹਾਰਾਜ ਨੇ ਸ਼ਬਦ ਸੁਣਿਆ ਹੀ ਵਰਤਿਆ, ਅਤੇ ਇੱਥੋਂ ਕੋਈ ਦੁਨਿਆਵੀ ਗੱਲਾਂ ਨਹੀਂ ਸਮਝ ਲੈਣੀਆਂ। ਇੱਥੇ ਸੁਣਿਆ ਦਾ ਅਰਥ ਨਾਮ ਸੁਣਨਾ ਹੀ ਆ, ਕਿਉਂਕਿ ਜਦੋਂ ਗੁਰਬਾਣੀ 'ਚ ਹੋਰ ਥਾਂ ਪੜ੍ਹਦੇ ਆ ਨਾ, ਮਹਾਰਾਜ ਨੇ ਸਪਸ਼ਟ ਤੌਰ 'ਤੇ ਕਹਿ ਦਿੱਤਾ ਕਿ ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ। ਇੱਥੇ ਸਿੱਧਾ ਨਾਮ ਦੀ ਗੱਲ ਕੀਤੀ। ਨਾਮ ਮਾਇਆ ਤੋਂ ਰਹਿਤ ਹੈ, ਨਿਰਮਲ ਹੈ, ਅਤੇ ਜਿਹੜਾ ਉਹਨੂੰ ਸੁਣਦਾ ਹੈ ਉਹਨੂੰ ਸੁੱਖ ਮਿਲਦਾ। ਇੱਥੇ ਕਿਹਾ ਸੁਣਿਆ ਦੁਖ ਪਾਪ ਕਾ ਨਾਸ, ਉੱਥੇ ਕਿਹਾ ਸੁਣਿਆ ਸੁਖ ਹੋਈ। ਇੱਥੇ ਕਿਹਾ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਉੱਥੇ ਮਹਾਰਾਜ ਨੇ ਕਹਿ ਦਿੱਤਾ ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ। ਜਿਹੜਾ ਉਸ ਨਿਰਮਲ ਪਰਮਾਤਮਾ ਦੇ ਨਾਮ ਨੂੰ ਸੁਣਦਾ ਹੈ ਫਿਰ ਸੁਣ ਕੇ ਉਹਨੂੰ ਸੁੱਖ ਮਿਲਦਾ ਹੈ। ਜਾਂ ਹੋਰ ਪੜ੍ਹੀਏ, ਇੱਕ ਥਾਂ 'ਤੇ ਪੌੜੀ ਆਉਂਦੀ, ਮਹਾਰਾਜ ਨੇ ਕਿਹਾ ਨਾਏ ਸੁਣਿਆ ਮਨ ਰਹਿਸੀ ਹੈ।
ਨਾਮੇ ਸਾਤ ਆਈ। ਹੁਣ ਇੱਥੇ ਵੀ ਡਾਇਰੈਕਟ ਨਾਏ ਸੁਣੇ ਕਹਿ ਦਿੱਤਾ ਵੀ ਜਿਹੜਾ ਨਾਮ ਸੁਣਦਾ ਹੈ ਫਿਰ ਉਹਦਾ ਮਨ ਟਿਕ ਜਾਂਦਾ ਹੈ, ਅੰਦਰ ਸ਼ਾਂਤੀ ਆ ਜਾਂਦੀ ਹੈ, ਉਹ ਮਨ ਨੂੰ ਸਮਝ ਲੈਂਦਾ। ਨਾਏ ਸੁਣਿਆ ਮਨ ਰਹਿਸੀ ਹੈ, ਨਾਮੇ ਸਾਂਤ ਆਈ, ਨਾਏ ਸੁਣਿਆ ਮਨ ਤ੍ਰਿਪਤੀ ਹੈ, ਸਭ ਦੁੱਖ ਗਵਾਈ। ਜਿਹੜਾ ਨਾਮ ਨੂੰ ਸੁਣਦਾ ਹੈ ਉਹਦਾ ਮਨ ਤ੍ਰਿਪਤ ਹੋ ਜਾਂਦਾ ਹੈ, ਤ੍ਰਿਸ਼ਨਾ ਖਤਮ ਹੋ ਜਾਂਦੀ ਹੈ, ਦੁੱਖ ਖਤਮ ਹੋ ਜਾਂਦੇ ਨੇ। ਨਾਏ ਸੁਣਿਆ ਨਾਉ ਉਪਜੈ, ਨਾਮੇ ਵਡਿਆਈ। ਨਾਮ ਸੁਣਨ ਦੇ ਨਾਲ ਉਹਦੀ ਸਿਫਤ ਕਰਨ ਦਾ ਚਾਉ ਪੈਦਾ ਹੋ ਜਾਂਦਾ ਹੈ। ਪਰਮਾਤਮਾ ਦੀ ਸਿਫਤ ਸੁਣਨ ਦੀ ਹੀ ਗੱਲ ਕਰ ਰਹੇ ਹਾਂ। ਹੁਣ ਤੁਸੀਂ ਕਹੋਗੇ ਵੀ ਪਹਿਲੀ ਸਟੇਜ ਦੇ ਵਿੱਚ ਤਾਂ ਆਪਾਂ ਕਿਹਾ ਸੀ ਵੀ ਇਹ ਸਫਲ ਹੋਇਆਂ ਨੂੰ ਸੁਣਦਾ, ਪਰ ਇੱਥੇ ਕਹਿ ਰਹੇ ਨੇ ਵੀ ਉਹਦੀ ਸਿਫਤ ਸੁਣਨੀ ਆ। ਮੈਂ ਬੇਨਤੀ ਕਰਾਂ, ਬੰਦਾ ਸਿਫਤ ਹੀ ਸੁਣਦਾ ਹੈ, ਕਿਤੇ ਡਾਇਰੈਕਟ ਸੁਣਦਾ, ਕਿਤੇ ਇਨਡਾਇਰੈਕਟ ਸੁਣਦਾ ਹੈ। ਹੁਣ ਉਹਦੀ ਸਿਫਤ ਸੁਣਨ ਦਾ ਮਤਲਬ ਕੀ ਆ ਕਿ ਇਹਨੂੰ ਇਹ ਸਮਝ ਲੱਗੇ ਵੀ ਪਰਮਾਤਮਾ ਨਿਰਭਉ ਹੈ, ਵਾਰੀ ਵਾਰੀ ਗੱਲਾਂ ਕਰੇ, ਨਿਰਭਉ ਹੈ ਜੀ ਪਰਮਾਤਮਾ, ਨਿਰਵੈਰ ਆ ਜੀ ਪਰਮਾਤਮਾ। ਹੁਣ ਇਹ ਹੈ ਡਾਇਰੈਕਟ ਉਹਦੀ ਸਿਫਤ ਨਾਲ ਸਾਂਝ ਪਾਉਣੀ। ਪਰ ਜਦੋਂ ਉਹ ਸਫਲ ਹੋਇਆਂ ਨੂੰ ਸੁਣਦਾ ਹੈ ਨਾ, ਉਦੋਂ ਉਹ ਇਨਡਾਇਰੈਕਟਲੀ ਪਰਮਾਤਮਾ ਦੀ ਸਿਫਤ ਸੁਣ ਰਿਹਾ। ਮੰਨ ਲਓ ਹੁਣ ਭਗਤ ਧੰਨੇ ਨੇ ਸੁਣਿਆ ਵੀ ਭਗਤ ਕਬੀਰ ਜੀ ਤਾਂ ਨਿਰਭਉ ਨੇ। ਹੁਣ ਨਿਰਭਉ ਗੁਣ ਕਿਸੇ ਬੰਦੇ ਦਾ ਥੋੜ੍ਹਾ ਹੈ, ਨਿਰਭਉ ਗੁਣ ਕਿਸੇ ਜੀਵ ਦਾ ਥੋੜ੍ਹਾ ਹੈ, ਨਿਰਭਉ ਗੁਣ ਤਾਂ ਪਰਮਾਤਮਾ ਦਾ ਹੈ। ਬਸ ਪਰਮਾਤਮਾ ਨੂੰ ਧਿਆਉਣ ਵਾਲਿਆਂ ਦੇ ਅੰਦਰ ਵੀ ਪਰਮਾਤਮਾ ਦੇ ਗੁਣ ਆ ਜਾਂਦੇ ਨੇ। ਭਗਤ ਕਬੀਰ ਜੀ ਪਰਮਾਤਮਾ ਨਾਲ ਜੁੜੇ, ਇਸ ਕਰਕੇ ਪਰਮਾਤਮਾ ਦੇ ਗੁਣ ਵੀ ਉਹਨਾਂ ਦੇ ਅੰਦਰ ਆ ਗਏ, ਉਹ ਵੀ ਨਿਰਭਉ ਹੋ ਗਏ, ਉਹ ਵੀ ਨਿਰਵੈਰ ਹੋ ਗਏ। ਜਦੋਂ ਕੋਈ ਸੁਣ ਰਿਹਾ ਵੀ ਕਬੀਰ ਜੀ ਨਿਰਭਉ ਨੇ, ਨਿਰਵੈਰ ਨੇ, ਉਹ ਪਰਮਾਤਮਾ ਦੇ ਗੁਣਾਂ ਨਾਲ ਹੀ ਤਾਂ ਸਾਂਝ ਪਾ ਰਹੇ ਨੇ। ਨਿਰਭਉ ਨਿਰਵੈਰ ਵਰਗੇ ਗੁਣਾਂ ਨਾਲ ਹੀ ਤਾਂ ਸਾਂਝ ਪਾ ਰਹੇ ਨੇ ਨਾ। ਤੋ ਇਹ ਸਿਫਤ ਸੁਣਨਾ ਹੀ ਹੋ ਗਿਆ। ਮਹਾਰਾਜ ਕਹਿੰਦੇ ਨਾਏ ਸੁਣਿਆ, ਇੱਥੇ ਹੁਣ ਸੁਣਿਆ ਸਿੱਧ ਪੀਰ ਸੁਰਨਾਥ ਕਿਹਾ। ਹੋਰ ਥਾਂ ਤੇ ਬਚਨ ਪੜ੍ਹੋ, ਮਹਾਰਾਜ ਕਹਿੰਦੇ ਨਾਏ ਸੁਣਿਆ ਮਨ ਰਹਿਸੀ ਹੈ, ਨਾਏ ਸੁਣਿਆ ਮਨ ਰਹਿਸੀ ਹੈ, ਨਾਮੇ ਸਾਂਤ ਆਈ, ਨਾਏ ਸੁਣਿਆ ਮਨ ਤ੍ਰਿਪਤੀ ਹੈ, ਸਭ ਦੁੱਖ ਗਵਾਈ। ਨਾਏ ਸੁਣਿਆ ਨਾਉ ਉਪਜੈ, ਨਾਮੇ ਵਡਿਆਈ, ਨਾਮੇ ਹੀ ਸਭ ਜਾਤ ਪਤ, ਨਾਮੇ ਗਤ ਪਾਈ, ਗੁਰਮੁਖ ਨਾਮ ਧਿਆਈਐ, ਨਾਨਕ ਲਿਵ ਲਾਈ। ਨਾਏ ਸੁਣਿਆ ਸਭ ਸਿੱਧ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਨਾਏ ਸੁਣਿਆ ਸਭ ਸਿੱਧ ਹੈ, ਰਿੱਧ ਪਿੱਛੇ ਆਵੈ, ਨਾਏ ਸੁਣਿਆ ਨਾਉ ਨਿਧ ਮਿਲੈ, ਮਨ ਚਿੰਦਿਆ ਪਾਵੈ, ਨਾਏ ਸੁਣਿਆ ਸੰਤੋਖ ਹੋਏ, ਸੁਣਿਆ ਸਤ ਸੰਤੋਖ ਗਿਆਨ, ਨਾਏ ਸੁਣਿਆ ਸੰਤੋਖ ਹੋਏ, ਕਵਲਾ ਚਰਨ ਧਿਆਵੈ, ਨਾਏ ਸੁਣਿਆ ਸਹਿਜ ਊਪਜੈ, ਸਹਿਜ ਮੁਖ ਪਾਵੈ, ਸੁਣਿਆ ਲਾਗੈ ਸਹਿਜ ਧਿਆਨ, ਨਾਏ ਸੁਣਿਆ ਸਹਿਜ ਊਪਜੈ, ਸਹਿਜੇ ਸੁਖ ਪਾਵੈ, ਗੁਰਮਤੀ ਨਾਉ ਪਾਈਐ, ਨਾਨਕ ਗੁਣ ਗਾਵੈ। ਨਾਏ ਸੁਣਿਆ ਸੁਚ ਸੰਜਮੋ, ਜਮ ਨੇੜ ਨਾ ਆਵੈ, ਨਾਏ ਸੁਣਿਆ ਘਟ ਚਾਨਣਾ, ਅਨੇਰ ਗਵਾਵੈ, ਨਾਏ ਸੁਣਿਆ ਆਪ ਬੁੱਝੀਐ, ਲਾਹਾ ਨਾਉ ਪਾਵੈ, ਨਾਏ ਸੁਣਿਆ ਪਾਪ ਕੱਟੀਐ, ਨਿਰਮਲ ਸੱਚ ਪਾਵੈ, ਨਾਨਕ ਨਾਏ ਸੁਣਿਆ ਮੁਖ ਉਜਲੇ, ਨਾਉ ਗੁਰਮੁਖ ਧਿਆਵੈ। ਨਾਮ ਸੁਣਨ ਦੇ ਨਾਲ ਬੰਦੇ ਦਾ ਮੁਖ ਉਜਲਾ ਹੋ ਜਾਂਦਾ ਹੈ, ਗੁਣਾਂ ਦਾ ਮਾਲਕ ਹੋ ਜਾਂਦਾ ਹੈ। ਸੁਣਿਆ ਸਰਾ ਗੁਣਾ ਕੇ ਕਾ। ਤੋ ਗੁਰਬਾਣੀ ਦਾ ਜਦੋਂ ਹੋਰ ਪਾਠ ਪੜ੍ਹਦੇ ਹਾਂ ਉੱਥੇ ਡਾਇਰੈਕਟਲੀ ਨਾਮ ਸੁਣਨ ਦੀ ਗੱਲ ਕੀਤੀ ਆ। ਇੱਥੇ ਮਹਾਰਾਜ ਨੇ ਕਹਿ ਦਿੱਤਾ ਸੁਣਿਆ ਸਿੱਧ ਪੀਰ ਸੁਰਨਾਥ। ਤੋ ਇਹ ਆਪਾਂ ਸੁਣਨ ਦੀਆਂ 4 ਸਟੇਜਿਸ, ਇਹਨਾਂ 4 ਪੌੜੀਆਂ ਦੀ ਵਿਆਖਿਆ ਕੀਤੀ। ਪਹਿਲੀ ਸਟੇਜ ਬੰਦਾ ਸਫਲ ਹੋਇਆਂ ਨੂੰ ਸੁਣੇ। ਦੂਸਰੀ ਸਟੇਜ ਫਿਰ ਉਹਨਾਂ ਨੂੰ ਸੁਣ ਕੇ ਆਪ ਵੀ ਬੰਦਗੀ ਕਰਨ ਦਾ ਚਾਅ ਪੈਦਾ ਹੋ ਜਾਂਦਾ ਹੈ, ਆਪ ਵੀ ਜਪ ਕੇ ਆਪਣੇ ਕੰਨਾਂ ਤੋਂ ਧਿਆਨ ਦੇ ਨਾਲ ਸੁਣਨ ਦਾ ਯਤਨ ਕਰਦਾ ਹੈ, ਪਰ ਹਜੇ ਮਨ ਨੂੰ ਰਸ ਨਹੀਂ ਆਇਆ। ਇਸ ਕਰਕੇ ਜਪਦਿਆਂ ਜਪਦਿਆਂ ਮਨ ਪਵਿੱਤਰ ਹੁੰਦਾ ਹੈ, ਫਿਰ ਮਨ ਵੀ ਟਿਕ ਜਾਂਦਾ ਹੈ, ਮਨ ਨੂੰ ਰਸ ਆ ਜਾਂਦਾ ਹੈ, ਇਹਦੇ ਅੰਦਰ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ। ਇਹ ਤੀਸਰੀ ਸਟੇਜ। ਫਿਰ ਚੌਥੀ ਸਟੇਜ ਦੇ ਵਿੱਚ ਨਾਮ ਸੁਣਨ ਵਾਲਾ ਉਸ ਨਾਮੀ ਦੇ ਵਿੱਚ ਅਭੇਦ ਹੋ ਜਾਂਦਾ ਹੈ। ਤੋ ਇਹ 4 ਸਟੇਜਿਸ ਸਨ। ਆਓ ਹੁਣ ਇਹਨਾਂ ਪੌੜੀਆਂ ਦੇ ਅੱਖਰੀ ਅਰਥ ਕਰੀਏ। ਜਿੰਨੇ ਵੀ ਆਪਾਂ ਜੁੜ ਬੈਠੇ ਹਾਂ, ਆਓ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਆ ਸਿੱਧ ਪੀਰ ਸੁਰਨਾਥ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਦੀ ਸਿਫਤ, ਉਹਦਾ ਨਾਮ ਸੁਣਦਾ ਹੈ, ਫਿਰ ਉਹ ਸਿੱਧ ਵਾਲੀ ਅਵਸਥਾ 'ਤੇ ਪਹੁੰਚ ਜਾਂਦਾ। ਸਿੱਧ ਕੀ ਆ ਜੀ? ਜਿਹੜਾ ਜੋਗੀ ਸਫਲ ਹੋ ਗਿਆ ਉਹ ਸਿੱਧ ਆ। ਪੀਰ ਵੀ ਇੱਕ ਪਦਵੀ ਆ, ਸੁਰ ਭਾਵ ਦੇਵਤਾਏ ਵੀ ਇੱਕ ਪਦਵੀ ਆ, ਨਾਥ ਵੀ ਇੱਕ ਪਦਵੀ ਆ। ਮਹਾਰਾਜ ਕਹਿੰਦੇ ਕਈ ਸੱਜਣ ਸਿੱਧ ਹੋਣ ਲਈ ਘਰ-ਬਾਰ ਛੱਡਦੇ ਨੇ, ਜੰਗਲਾਂ 'ਚ ਜਾ ਕੇ ਬੈਠ ਜਾਂਦੇ ਨੇ। ਫਿਰ ਉਹਨਾਂ ਨੂੰ ਕੋਈ ਜੋਗੀ ਕਹਿੰਦਾ ਹੈ, ਮਹਾਰਾਜ ਕਹਿੰਦੇ ਕਿਉਂ ਇੰਨੇ ਭੰਬਲ ਭੂਸਿਆਂ 'ਚ ਪਏ ਹੋ? ਜਿਹੜਾ ਕਿਰਤ ਕਰਦਿਆਂ ਵੀ ਪਰਮਾਤਮਾ ਦਾ ਨਾਮ ਸੁਣ ਰਿਹਾ, ਉਹ ਘਰ ਬੈਠਾ ਵੀ ਉਸ ਪਦਵੀ 'ਤੇ ਪਹੁੰਚ ਜਾਂਦਾ ਹੈ। ਹੁਣ ਤੁਸੀਂ ਦੇਖੋ, ਆਮ ਤੌਰ 'ਤੇ ਨਾ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਦੀ ਸਮਝ ਨਹੀਂ ਲੱਗੀ ਨਾ,
ਉਹ ਕਿਸੇ ਨੂੰ ਧਰਮੀ ਹੋਣ ਦਾ ਸਰਟੀਫਿਕੇਟ ਤਾਂ ਹੀ ਦਿੰਦੇ ਨੇ ਜੇ ਉਹ ਬੰਦਾ ਕਿਰਤ ਤੋਂ ਵਿਹਲਾ ਬੈਠਾ, ਜੰਗਲਾਂ 'ਚ ਬਹਿ ਗਿਆ ਜਾਂ ਘਰੇ ਵਿਹਲਾ ਬੈਠਾ ਰਹਿੰਦਾ ਬਸ ਚੌਂਕੜਾ ਮਾਰ ਕੇ, ਕਹਿੰਦੇ ਜੀ ਇਹ ਆ ਧਰਮੀ ਅਸਲ ਤਾਂ, ਇਹਨੂੰ ਮਾਇਆ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਯਾਦ ਰਹੇ ਮੇਰੇ ਸਤਿਗੁਰਾਂ ਨੇ ਸਾਨੂੰ ਮਾਇਆ ਤੋਂ ਦੂਰ ਨਹੀਂ ਕੀਤਾ, ਮਹਾਰਾਜ ਨੇ ਸਾਨੂੰ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਰਹਿਣਾ ਸਿਖਾਇਆ। ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਕੋਈ ਘਰ-ਬਾਰ ਛੱਡ ਕੇ ਸਿੱਧ ਬਣਦਾ ਹੈ, ਇੱਥੇ ਘਰ ਬੈਠਿਆਂ ਵੀ ਨਾਮ ਸੁਣ ਕੇ ਹੀ ਕੋਈ ਸਿੱਧ ਹੋ ਜਾਂਦਾ ਹੈ, ਨਾਮ ਸੁਣ ਕੇ ਹੀ ਕੋਈ ਸਿੱਧ ਦੀ ਅਵਸਥਾ 'ਤੇ ਪਹੁੰਚ ਜਾਂਦਾ ਹੈ। ਪਰ ਜੇ ਕੋਈ ਨਾਮ ਸੁਣਦਾ ਨਹੀਂ, ਬਸ ਘਰ-ਬਾਰ ਛੱਡ ਦਿੱਤਾ ਹੈ, ਇਹਨੂੰ ਕਹਿੰਦਾ ਵੀ ਮੈਂ ਸਿੱਧ ਹੋ ਗਿਆ, ਜੋਗੀ ਹੋ ਗਿਆ। ਪਰ ਮਹਾਰਾਜ ਨੇ ਕਹਿ ਦਿੱਤਾ, ਭਾਈ ਗੁਰਦਾਸ ਜੀ ਦਾ ਬਚਨ ਆਉਂਦਾ ਹੈ ਨਾ, ਮਾਂ ਪਿਓ ਪਰਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਜੇ ਕੋਈ ਧਰਮ ਗ੍ਰੰਥਾਂ ਦੇ ਗਿਆਨ ਨੂੰ ਸੁਣਦਾ ਵੀ ਰਵੇ, ਪਰ ਜੇ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਿਆ, ਉਹਨੂੰ ਧਰਮ ਗ੍ਰੰਥਾਂ ਦੀ ਵੀ ਸੋਝੀ ਨਹੀਂ ਆ ਸਕਦੀ। ਇਸ ਕਰਕੇ ਜੇ ਕੋਈ ਕਿਰਤ ਨਹੀਂ ਕਰਦਾ ਅਤੇ ਐਵੇਂ ਬੈਠ ਕੇ ਆ ਯੋਗ ਸਾਧਨਾ ਜਾਂ ਇਹੋ ਜਿਹੇ ਕੁਝ ਕਰ ਰਿਹਾ ਤਾਂ ਉਹ ਇਹ ਨਾ ਸੋਚ ਲਏ ਬੈਠੇ ਵੀ ਉਹ ਧਰਮੀ ਹੋ ਗਿਆ। ਗੁਰੂ ਨਾਨਕ ਦੀ ਨਜ਼ਰ 'ਚ ਉਹ ਧਰਮੀ ਨਹੀਂ, ਕਿਉਂਕਿ ਮਹਾਰਾਜ ਕਹਿੰਦੇ ਜਿਹੜਾ ਆਪਦੀ ਕਿਰਤ ਦੀ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਸਾਂਭ ਸਕਦਾ, ਉਹ ਧਰਮੀ ਵੀ ਨਹੀਂ ਹੋ ਸਕਦਾ, ਉਹ ਧਰਮ ਦਾ ਭੇਦ ਵੀ ਨਹੀਂ ਪਾ ਸਕਦਾ। ਭਾਈ ਗੁਰਦਾਸ ਜੀ ਦੇ ਸਪਸ਼ਟ ਸ਼ਬਦ ਨੇ, ਮਾਂ ਪਿਓ ਪਰਹਰ ਸੁਣੈ ਵੇਦ, ਭਾਵੇਂ ਵੇਦ ਸੁਣ ਰਿਹਾ, ਧਰਮ ਗ੍ਰੰਥ ਸੁਣ ਰਿਹਾ, ਪਰ ਮਹਾਰਾਜ ਕਹਿੰਦੇ ਭੇਦ ਨਾ ਜਾਣੈ ਕਥਾ ਕਹਾਣੀ, ਉਹਨਾਂ ਦਾ ਭੇਦ ਨਹੀਂ ਪਾ ਸਕਦਾ। ਤਾਂ ਮਹਾਰਾਜ ਕਹਿੰਦੇ ਕੋਈ ਘਰ-ਬਾਰ ਛੱਡਣ ਦੀ ਲੋੜ ਨਹੀਂ, ਤੁਸੀਂ ਕਿਰਤ ਕਰਦਿਆਂ ਪ੍ਰਮਾਤਮਾ ਦੀ ਸਿਫਤ ਸੁਣੋ, ਉਹਦਾ ਨਾਮ ਸੁਣੋ, ਕਿਰਤ ਵਿਹਾਰ ਕਰਦਿਆਂ ਹੀ ਤੁਸੀਂ ਸਿੱਧ ਪੀਰ ਦੇਵਤਿਆਂ ਅਤੇ ਨਾਥਾਂ ਦੀ ਪਦਵੀ 'ਤੇ ਪਹੁੰਚ ਜਾਵੋਗੇ। ਸੁਣਿਆ ਸਿੱਧ ਪੀਰ ਸੁਰਨਾਥ। ਫਿਰ ਮਹਾਰਾਜ ਕਹਿੰਦੇ ਸੁਣਿਆ ਧਰਤ ਧਵਲ ਆਕਾਸ਼। ਜਦੋਂ ਬੰਦਾ ਉਹਦੀ ਸਿਫਤ ਸੁਣਦਾ ਹੈ, ਫਿਰ ਉਹਨੂੰ ਇਹ ਸਮਝ ਲੱਗ ਜਾਂਦੀ ਆ ਵੀ ਧਰਤੀ ਕਿਸੇ ਧੌਲੇ ਬਲਦ 'ਤੇ ਨਹੀਂ ਖੜੀ, ਇਹ ਪਰਮਾਤਮਾ ਦੇ ਆਸਰੇ ਹੀ ਖੜੀ ਹੈ। ਸੁਣਿਆ ਦੀਪ ਲੋ ਪਾਤਾਲ। ਪਰਮਾਤਮਾ ਦੀ ਸਿਫਤ ਸੁਣਨ ਵਾਲੇ ਨੂੰ ਦੀਪਾਂ ਭਾਵ ਕੰਟੀਨੈਂਟਸ, ਤਿੰਨਾਂ ਲੋਕਾਂ 'ਤੇ ਪਾਤਾਲ ਦੀ ਸੋਝੀ ਵੀ ਆ ਜਾਂਦੀ ਆ। ਜਾਂ ਇੰਝ ਕਹਿ ਲਈਏ, ਪਰਮਾਤਮਾ ਦੀ ਸਿਫਤ ਸੁਣਨ ਵਾਲੇ ਨੂੰ ਇਹ ਸਮਝ ਲੱਗ ਜਾਂਦੀ ਆ ਵੀ ਪਰਮਾਤਮਾ ਸਾਰੇ ਕੰਟੀਨੈਂਟਸ, ਤਿੰਨਾਂ ਲੋਕਾਂ 'ਤੇ ਪਾਤਾਲ ਦੇ ਵਿੱਚ ਵੀ ਸਮਾਇਆ ਹੋਇਆ ਹੈ, ਭਾਵ ਉਹ ਹਰ ਥਾਂ 'ਤੇ ਹੀ ਮੌਜੂਦ ਹੈ। ਸੁਣਿਆ ਪੋਹੇ ਨਾ ਸਕੈ ਕਾਲ। ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਸੁਣਨ ਵਾਲਾ ਮੌਤ ਦਾ ਡਰ ਤੋਂ ਦੂਰ ਹੋ ਜਾਂਦਾ, ਉਹਨੂੰ ਮੌਤ ਦਾ ਡਰ ਵੀ ਪੋਹ ਨਹੀਂ ਸਕਦਾ, ਉਹਨੂੰ ਮੌਤ ਵੀ ਨਹੀਂ ਡਰਾ ਸਕਦੀ। ਨਾਨਕ ਭਗਤਾਂ ਸਦਾ ਵਿਗਾਸ। ਮਹਾਰਾਜ ਕਹਿੰਦੇ ਜਿਹੜੇ ਭਗਤ ਪਰਮਾਤਮਾ ਦੀ ਸਿਫਤ ਸੁਣਦੇ ਨੇ, ਉਹਨਾਂ ਦਾ ਅੰਦਰ ਸਦਾ ਖਿੜਿਆ ਰਹਿੰਦਾ ਹੈ। ਸੁਣਿਆ ਦੁੱਖ ਪਾਪ ਕਾ ਨਾਸ਼। ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਸਾਡੇ ਅੰਦਰੋਂ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸੁਣਿਆ ਈਸ਼ਰ ਬਰਮਾ ਇੰਦ। ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਸੁਣਦਾ ਹੈ, ਫਿਰ ਨਾਮ ਸੁਣਨ ਦੇ ਨਾਲ ਬਰਕਤ ਇਹ ਪੈਂਦੀ ਆ ਵੀ ਇਹ ਸ਼ਿਵ ਜੀ ਬ੍ਰਹਮਾ ਅਤੇ ਇੰਦਰ ਦੀ ਪਦਵੀ 'ਤੇ ਪਹੁੰਚ ਜਾਂਦਾ ਹੈ। ਈਸ਼ਰ ਭਾਵ ਸ਼ਿਵ ਜੀ। ਹੁਣ ਦੇਖੋ ਲੋਕੀ ਸ਼ਿਵ ਜੀ ਦੀ ਪੂਜਾ ਕਰਦੇ ਆ, ਮਹਾਰਾਜ ਕਹਿੰਦੇ ਤੁਸੀਂ ਉਹਨਾਂ ਦੀ ਪੂਜਾ ਕਰਦੇ ਰਹਿ ਜਾਓ, ਪਰ ਜਿਹੜਾ ਪਰਮਾਤਮਾ ਦੀ ਸਿਫਤ ਸੁਣਦਾ ਹੈ ਉਹ ਆਪ ਹੀ ਉਹਨਾਂ ਦੀ ਪਦਵੀ ਤੋਂ ਉੱਚਾ ਹੋ ਜਾਂਦਾ ਹੈ, ਉਹ ਆਪ ਹੀ ਉਹਨਾਂ ਤੋਂ ਉੱਚਾ ਹੋ ਜਾਂਦਾ, ਤੁਸੀਂ ਰਹਿ ਜਾਓ ਪੂਜਾ ਕਰਦੇ। ਇਸ ਕਰਕੇ ਮਹਾਰਾਜ ਕਹਿੰਦੇ ਸਿਵ ਸਿਵ ਕਰਤੇ ਜੋ ਨਰ ਧਿਆਵੈ, ਬਲਦ ਚੜ੍ਹੈ ਡੌਰੂ ਟਮਕਾਵੈ। ਕਿੱਥੇ ਤੁਸੀਂ ਛੋਟੀਆਂ ਮੋਟੀਆਂ ਪਦਵੀਆਂ ਦੀ ਪੂਜਾ ਕਰਨ ਲੱਗ ਗਏ ਹੋ? ਪਰਮਾਤਮਾ ਦੀ ਸਿਫਤ ਸੁਣੋ, ਪਰਮਾਤਮਾ ਦੀ ਸਿਫਤ ਸੁਣਨ ਦੇ ਨਾਲ ਤੁਸੀਂ ਆਪ ਹੀ ਉਹਨਾਂ ਪਦਵੀਆਂ 'ਤੇ ਪਹੁੰਚ ਜਾਓਗੇ। ਸੁਣਿਆ ਈਸ਼ਰ ਬਰਮਾ ਇੰਦ। ਪਰਮਾਤਮਾ ਦੀ ਸਿਫਤ ਸੁਣਨ ਵਾਲਾ ਸ਼ਿਵ ਜੀ ਬ੍ਰਹਮਾ ਅਤੇ ਇੰਦਰ ਦੀ ਪਦਵੀ ਵਾਲਾ ਹੋ ਜਾਂਦਾ ਹੈ, ਭਾਵ ਉੱਚੀ ਅਵਸਥਾ ਵਾਲਾ ਹੋ ਜਾਂਦਾ ਹੈ। ਸੁਣਿਆ ਮੁਖ ਸਾਲਾਹਣ ਮੰਦ। ਪਰਮਾਤਮਾ ਦੀ ਸਿਫਤ ਸੁਣਨ ਵਾਲਾ ਫਿਰ ਆਪਣੇ ਮੁਖ ਤੋਂ ਵੀ ਪਰਮਾਤਮਾ ਨੂੰ ਸਲਾਉਣ ਲੱਗ ਪੈਂਦਾ ਹੈ, ਭਾਵੇਂ ਉਹ ਪਹਿਲਾਂ ਮੰਦਾ ਵੀ ਸੀ। ਮੰਦਾ ਪੁਰਸ਼, ਭੈੜਾ ਪੁਰਸ਼ ਵੀ ਪਰਮਾਤਮਾ ਦੀ ਸਿਫਤ ਸੁਣਨ ਲੱਗ ਪਵੇ, ਉਹਦੀ ਰਸਨਾ ਤੋਂ ਵੀ ਫਿਰ ਉਹਦੀ ਸਿਫਤ ਨਿਕਲਣ ਲੱਗ ਪੈਂਦੀ ਹੈ। ਹੁਣ ਕੋਈ ਬੰਦਾ ਲਗਾਤਾਰ ਸੁਣੀ ਜਾਵੇ ਨਿਰਭਉ ਨਿਰਵੈਰ ਨਿਰਭਉ ਨਿਰਵੈਰ, ਹੌਲੀ ਹੌਲੀ ਫਿਰ ਉਸ ਮਾੜੇ ਬੰਦੇ ਦੇ ਮੁਖ ਤੋਂ ਵੀ ਨਿਕਲਣ ਹੀ ਲੱਗ ਪੈਂਦਾ ਜੀ ਰੱਬ ਕਿਸੇ ਦਾ ਬੁਰਾ ਨਹੀਂ ਕਰਦਾ। ਸੁਣਿਆ ਮੁਖ ਸਲਾਹਨ ਮੰਦ। ਫਿਰ ਅੱਗੇ ਮਹਾਰਾਜ ਫਰਮਾਉਂਦੇ ਨੇ ਸੁਣਿਆ ਜੋਗ ਜੁਗਤ ਤਨ ਭੇਦ। ਮਹਾਰਾਜ ਕਹਿੰਦੇ ਨਾਮ ਸੁਣਨ ਦੇ ਨਾਲ ਹੀ ਇਹਨੂੰ ਯੋਗ ਦੀ ਜੁਗਤੀ ਦਾ ਪਤਾ ਲੱਗ ਜਾਂਦਾ। ਕਿਸੇ ਸਾਨੂੰ ਯੋਗ ਸਾਧਨਾ ਕਰਨ ਦੀ ਲੋੜ ਨਹੀਂ, ਨਾਮ ਸੁਣਨ ਦੇ ਨਾਲ ਹੀ ਇਹਨੂੰ ਧਰਮ ਕਮਾਉਣ ਦੀ ਜੁਗਤੀ ਪਤਾ ਲੱਗ ਜਾਂਦੀ ਹੈ।
ਤੇ ਤਨ ਦਾ ਭੇਦ ਪਤਾ ਲੱਗ ਜਾਂਦਾ ਵੀ ਇਹ ਸਾਡੇ ਤਨ ਦੀ, ਸਾਡੀ ਬਾਡੀ ਦੀ ਵਰਕਿੰਗ ਕੀ ਆ। ਫਿਰ ਇਹਦੇ ਗਿਆਨ ਇੰਦਰੀਆਂ ਬਾਰੇ ਪਤਾ ਲੱਗ ਜਾਂਦਾ ਵੀ ਇਹਨਾਂ ਨੂੰ ਕਿਵੇਂ ਵਰਤਣਾ, ਇਹਨਾਂ ਦਾ ਭੇਦ ਸਮਝ ਲੱਗ ਜਾਂਦਾ ਹੈ। ਸੁਣਿਆ ਸਾਸਤ ਸਿਮਰਤ ਵੇਦ। ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਸੁਣਨ ਦੇ ਨਾਲ ਬਰਕਤ ਇਹ ਪੈਂਦੀ ਆ ਕਿ ਇਹ ਧਰਮ ਗ੍ਰੰਥਾਂ ਦੇ ਨਾਲ ਜਿੱਥੇ ਸਾਂਝ ਪਾਉਂਦਾ ਹੈ ਉੱਥੇ ਉਹਨਾਂ ਦੀ ਪ੍ਰੈਕਟੀਕਲ ਸਮਝ ਆਉਣ ਲੱਗ ਪੈਂਦੀ ਆ। ਜਿਹੜਾ ਬੰਦਾ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਉਹਦਾ ਨਾਮ ਨਹੀਂ ਸੁਣਦਾ, ਉਹ ਭਾਵੇਂ ਜਿੰਨੇ ਮਰਜ਼ੀ ਧਰਮ ਗ੍ਰੰਥਾਂ ਦੇ ਰਟਨ ਕਰ ਲਵੇ, ਉਹਨਾਂ ਦੀਆਂ ਦਲੀਲਾਂ ਨੂੰ ਯਾਦ ਕਰ ਲਵੇ, ਪਰ ਪ੍ਰੈਕਟੀਕਲ ਤੌਰ 'ਤੇ ਉਹਨਾਂ ਦਾ ਭੇਦ ਨਹੀਂ ਸਮਝ ਸਕਦਾ, ਪ੍ਰੈਕਟੀਕਲ ਤੌਰ 'ਤੇ ਉਹਨਾਂ ਦਾ ਅਨੁਭਵ ਨਹੀਂ ਮਾਣ ਸਕਦਾ। ਪਰ ਜਿਹੜਾ ਬੰਦਾ ਪਰਮਾਤਮਾ ਦਾ ਨਾਮ ਵੀ ਸੁਣਦਾ ਹੈ ਫਿਰ ਉਹ ਧਰਮ ਗ੍ਰੰਥਾਂ ਨੂੰ ਪ੍ਰੈਕਟੀਕਲ ਤੌਰ 'ਤੇ ਮੰਨਣ ਲੱਗ ਪੈਂਦਾ ਹੈ। ਇਸ ਕਰਕੇ ਜੇ ਕੋਈ ਧਰਮ ਗ੍ਰੰਥਾਂ ਦਾ ਅਰਥ ਪੜ੍ਹਦਾ ਹੈ, ਗਿਆਨ ਹਾਸਲ ਕਰ ਰਿਹਾ ਅਤੇ ਸੁਣਾਉਂਦਾ ਵੀ ਆ ਕਿਸੇ ਨੂੰ, ਮੈਂ ਬੇਨਤੀ ਕਰਾਂ ਉਹਨਾਂ ਦਾ ਉਹ ਗਿਆਨ ਪ੍ਰੈਕਟੀਕਲ ਜੀਵਨ ਦੇ ਵਿੱਚ ਤਾਂ ਹੀ ਆ ਸਕਦਾ ਹੈ ਜੇ ਉਹ ਨਾਲ ਨਾਮ ਵੀ ਸੁਣੇਗਾ, ਨਿਤਨੇਮ ਕਰਕੇ ਆਪਣੇ ਕੰਨਾਂ ਤੋਂ ਸੁਣੇਗਾ ਵੀ। ਕਈ ਸੱਜਣ ਕਹਿ ਦਿੰਦੇ ਬਸ ਜੀ ਅਰਥ ਪੜ੍ਹ ਲਓ ਕਾਫੀ ਹੈ, ਪਰ ਯਾਦ ਰਹੇ ਤਜਰਬਾ ਕਰਕੇ ਦੇਖ ਲਿਓ, ਜਿਹੜਾ ਬੰਦਾ ਨਾਮ ਅਭਿਆਸ ਨਹੀਂ ਕਰ ਰਿਹਾ ਉਹ ਜਿੰਨਾ ਮਰਜ਼ੀ ਗਿਆਨ ਇਕੱਠਾ ਕਰ ਲਵੇ, ਉਹਦਾ ਪ੍ਰੈਕਟੀਕਲ ਜੀਵਨ ਉਸ ਗਿਆਨ ਮੁਤਾਬਕ ਹੋ ਹੀ ਨਹੀਂ ਸਕਦਾ। ਹੁਣ ਇੱਥੇ ਇਹ ਨਾ ਕਹਿ ਦਿਓ ਵੀ ਕਈ ਨਿਤਨੇਮ ਵੀ ਕਰਦੇ ਤਾਂ ਵੀ ਜੀਵਨ ਉੱਚਾ ਨਹੀਂ, ਉਹ ਨਿਤਨੇਮ ਕਰਦੇ ਨੇ ਪਰ ਕੰਨਾਂ ਤੋਂ ਸੁਣਦੇ ਨਹੀਂ ਨਾ, ਤਾਂ ਜੀਵਨ ਉੱਚਾ ਨਹੀਂ। ਪਰ ਜਿਹੜੇ ਕੰਨਾਂ ਤੋਂ ਧਿਆਨ ਦੇ ਨਾਲ ਸੁਣਦੇ ਵੀ ਨੇ, ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਧਰਮ ਗ੍ਰੰਥਾਂ ਦਾ ਪ੍ਰੈਕਟੀਕਲ ਅਨੁਭਵ ਹੋ ਜਾਂਦਾ ਹੈ, ਉਹ ਅਨੁਭਵ ਤੌਰ 'ਤੇ ਉਸ ਗਿਆਨ ਦੇ ਮਾਲਕ ਬਣ ਜਾਂਦੇ ਹਨ। ਨਾਨਕ ਭਗਤਾ ਸਦਾ ਵਿਗਾਸ। ਪਰਮਾਤਮਾ ਦੀ ਸਿਫਤ ਸੁਣਨ ਵਾਲੇ ਭਗਤ ਸਦਾ ਅੰਦਰੋਂ ਖਿੜੇ ਰਹਿੰਦੇ ਹਨ। ਸੁਣਿਆ ਦੁੱਖ ਪਾਪ ਕਾ ਨਾਸ਼। ਮਹਾਰਾਜ ਕਹਿੰਦੇ ਪਰਮਾਤਮਾ ਦੀ ਸਿਫਤ ਸੁਣਨ ਵਾਲੇ ਦੇ ਅੰਦਰੋਂ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸੁਣਿਆ ਸਤ ਸੰਤੋਖ ਗਿਆਨ। ਪਰਮਾਤਮਾ ਦਾ ਨਾਮ ਸੁਣਨ ਵਾਲਾ ਫਿਰ ਦਾਨੀ ਸੁਭਾਅ ਹੋ ਜਾਂਦਾ ਹੈ। ਸਤ ਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਹੈ ਦਾਨ ਦੇਣ ਵਾਲਾ ਸੁਭਾਅ। ਜੇ ਹੋਰ ਇਹਦੇ ਅਰਥ ਕਰਨੇ ਨੇ ਭਾਵ ਸੱਚ ਜੀਵਨ ਵਾਲਾ, ਤਾਂ ਮਹਾਰਾਜ ਕਹਿੰਦੇ ਪਰਮਾਤਮਾ ਦੀ ਸਿਫਤ ਸੁਣਨ ਵਾਲਾ ਦਾਨੀ ਸੁਭਾਅ ਵਾਲਾ ਹੋ ਜਾਂਦਾ ਹੈ ਔਰ ਉਹਦੇ ਅੰਦਰ ਸੰਤੋਖ ਆ ਜਾਂਦਾ ਹੈ। ਸੰਤੋਖ ਤੋਂ ਭਾਵ ਜੇ ਕੁਝ ਜ਼ਿੰਦਗੀ 'ਚੋਂ ਗਵਾਚ ਵੀ ਗਿਆ ਹੈ ਤਾਂ ਬੰਦੇ ਅੰਦਰੋਂ ਤੜਫਦਾ ਨਹੀਂ ਹੈ, ਅੰਦਰੋਂ ਦੁਖੀ ਨਹੀਂ ਹੁੰਦਾ। ਜੇ ਕਿਸੇ ਨੂੰ ਕੁਝ ਦੇ ਵੀ ਦਿੱਤਾ ਤਾਂ ਵੀ ਉਹਦਾ ਅੰਦਰ ਸੰਤੁਸ਼ਟੀ ਰਹਿੰਦਾ। ਜੇ ਕੁਝ ਨਹੀਂ ਵੀ ਮਿਲਿਆ ਤਾਂ ਵੀ ਉਹਦਾ ਅੰਦਰ ਸੰਤੁਸ਼ਟੀ ਰਹਿੰਦਾ, ਉਹਦੇ ਅੰਦਰ ਤ੍ਰਿਸ਼ਨਾ ਨਹੀਂ ਭੱਜਦੀ ਵੀ ਮੈਨੂੰ ਉਹ ਵੀ ਚਾਹੀਦਾ ਉਹ ਵੀ ਚਾਹੀਦਾ, ਅੱਗ ਲੱਗੀ ਰਹਿੰਦੀ ਹੈ। ਇਹੋ ਜਿਹਾ ਨਹੀਂ ਰਹਿੰਦਾ ਉਹਦੇ ਅੰਦਰ। ਨਾਮ ਸੁਣਨ ਵਾਲੇ ਦੇ ਅੰਦਰ ਦਾਨੀ ਸੁਭਾਅ ਪੈਦਾ ਹੋ ਜਾਂਦਾ ਹੈ। ਨਾਮ ਸੁਣਨ ਵਾਲੇ ਦਾ ਅੰਦਰ ਸੰਤੋਖੀ ਹੋ ਜਾਂਦਾ ਹੈ, ਸੰਤੁਸ਼ਟੀ ਆ ਜਾਂਦੀ ਆ। ਨਾਮ ਸੁਣਨ ਵਾਲਾ ਅੰਦਰੋਂ ਅਨੁਭਵ ਨੂੰ ਮੰਨਣ ਲੱਗ ਪੈਂਦਾ, ਭਾਵ ਉਹਦੇ ਅੰਦਰ ਅਨੁਭਵੀ ਗਿਆਨ ਆ ਜਾਂਦਾ ਹੈ। ਸੁਣਿਆ 68 ਕਾ ਇਸ਼ਨਾਨ। ਨਾਮ ਸੁਣਨ ਦੇ ਨਾਲ ਮਾਨੋ ਇਹਦਾ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ। ਲੋਕੀ ਦੇਖੋ 68 ਤੀਰਥਾਂ ਦੇ ਇਸ਼ਨਾਨ ਕਰਦੇ ਨੇ, ਪਰ ਮਹਾਰਾਜ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ, ਤੁਸੀਂ ਪਰਮਾਤਮਾ ਦਾ ਨਾਮ ਸੁਣੋ, ਤੁਹਾਡਾ ਮਨ ਪਵਿੱਤਰ ਹੋ ਜਾਵੇਗਾ, ਮੈਲ ਧੁੱਪ ਜਾਵੇਗੀ ਅੰਦਰ ਦੀ। ਮੰਨ ਲਓ ਇਹੀ 68 ਤੀਰਥਾਂ ਦਾ ਇਸ਼ਨਾਨ ਹੋ ਗਿਆ। ਸੁਣਿਆ ਪੜ ਪੜ ਪਾਵਹਿ ਮਾਨ। ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਸੁਣਦਾ ਹੈ ਫਿਰ ਉਹਨੂੰ ਵੀ ਉਹੀ ਵਡਿਆਈ ਮਿਲਦੀ ਹੈ ਜਿਹੜੀ ਵਡਿਆਈ ਲੋਕੀ ਪੜ੍ਹ ਪੜ੍ਹ ਕੇ ਪਾਉਂਦੇ ਨੇ। ਹੁਣ ਤੁਸੀਂ ਦੇਖ ਲਓ, ਇੱਕ ਪਾਸੇ ਕੋਈ ਡਿਗਰੀਆਂ ਕਰਨ ਵਾਲਾ, PhD ਕਰਨ ਵਾਲਾ, ਲੋਕ ਕਹਿ ਦਿੰਦੇ ਨੇ ਜੀ ਡਾਕਟਰ ਸਾਹਿਬ ਆ ਜੀ, PhD ਕੀਤੀ, ਮਾਣ ਕਰਦੇ ਨੇ, ਪਰ ਉਹਨਾਂ ਤੋਂ ਵੀ ਮਾਣ ਉਸ ਬੰਦੇ ਨੂੰ ਮਿਲਦਾ ਜਿਹੜਾ ਨਾਮ ਸੁਣਦਾ ਹੈ। ਹੁਣ ਕਬੀਰ ਜੀ ਨੇ ਕੋਈ PhD ਤਾਂ ਕੀਤੀ ਨਹੀਂ ਸੀ, ਅਤੇ ਆਮ PhD ਕਰਨ ਵਾਲੇ ਤੋਂ ਮਾਣ ਵੱਧ ਕਬੀਰ ਜੀ ਦਾ ਹੈ, ਕਿਉਂਕਿ ਉਹ ਨਾਮ ਨੂੰ ਸੁਣਨ ਵਾਲੇ ਨੇ। ਤੋ ਨਾਮ ਨੂੰ ਸੁਣਨ ਵਾਲੇ ਵੀ ਉਸ ਮਾਣ ਨੂੰ ਹਾਸਲ ਕਰ ਲੈਂਦੇ ਨੇ ਜਿਹੜਾ ਮਾਣ ਲੋਕੀ ਪੜ੍ਹ ਪੜ੍ਹ ਕੇ ਪਾਉਂਦੇ ਨੇ। ਇੱਕ ਇਹ ਅਰਥ ਹੋ ਗਏ, ਜਾਂ ਇਹਦੇ ਅਰਥ ਇਹ ਵੀ ਕਰ ਸਕਦੇ ਹਾਂ ਵੀ ਨਾਮ ਸੁਣਨ ਤੋਂ ਬਾਅਦ ਹੀ ਇਹਨੂੰ ਆਪਦੀ ਪੜ੍ਹਾਈ ਦੀ ਸਹੀ ਸਮਝ ਆਉਂਦੀ ਆ, ਇਸ ਕਰਕੇ ਉਹਨੂੰ ਆਪਣੀ ਪੜ੍ਹਾਈ ਦਾ ਮਾਣ ਤਾਂ ਹੀ ਮਿਲਦਾ ਹੈ ਜੇ ਪਰਮਾਤਮਾ ਦਾ ਨਾਮ ਵੀ ਸੁਣੇਗਾ। ਤੋ ਇੱਥੇ ਸਤਿਗੁਰੂ ਜੀ ਇਹ ਫਰਮਾਉਣਾ ਕਰਦੇ ਹਨ, ਸੁਣਿਆ ਲਾਗੈ ਸਹਿਜ ਧਿਆਨ। ਪਰਮਾਤਮਾ ਦੇ ਨਾਮ ਨੂੰ ਸੁਣਨ ਵਾਲਾ
ਫਿਰ ਸਹਿਜੇ ਹੀ ਧਿਆਨ ਉਹਦਾ ਪ੍ਰਮਾਤਮਾ 'ਚ ਲੱਗ ਜਾਂਦਾ ਹੈ। ਸਹਿਜ ਤੋਂ ਭਾਵ ਹੁਣ ਉਹਦਾ ਅੰਦਰ ਡੋਲਦਾ ਨਹੀਂ, ਇੱਧਰ ਉੱਧਰ ਭੜਕਦਾ ਨਹੀਂ। ਇਹ ਗੱਲ ਨਹੀਂ ਰਹਿ ਗਈ ਵੀ ਕਬਹੂ ਜੀਅੜਾ ਊਬ ਚੜ੍ਹਤ ਹੈ ਕਬੂ ਬਸੇ ਪਿਆਲੇ, ਇਹ ਗੱਲ ਖਤਮ ਹੋ ਜਾਂਦੀ। ਇਹਦਾ ਅੰਦਰ ਟਿਕ ਜਾਂਦਾ ਹੈ, ਇਹਦਾ ਧਿਆਨ ਜਿਹੜਾ ਹੈ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ। ਨਾਨਕ ਭਗਤਾ ਸਦਾ ਵਿਗਾਸ, ਪ੍ਰਮਾਤਮਾ ਦਾ ਨਾਮ ਸੁਣਨ ਵਾਲੇ ਭਗਤ ਸਦਾ ਅੰਦਰੋਂ ਖਿੜੇ ਰਹਿੰਦੇ ਹਨ। ਸੁਣਿਐ ਦੁਖ ਪਾਪ ਕਾ ਨਾਸ਼, ਨਾਮ ਸੁਣਨ ਦੇ ਨਾਲ ਅੰਦਰੋਂ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸੁਣਿਐ ਸਰਾ ਗੁਣਾ ਕੇ ਗਾਹ, ਸਰਾ ਦਾ ਅਰਥ ਹੈ ਸਰੋਵਰ, ਸਰਾ ਗੁਣਾ ਕੇ ਭਾਵ ਗੁਣਾ ਦੇ ਸਰੋਵਰ, ਭਾਵ ਬੇਅੰਤ ਗੁਣ। ਜਿਹੜਾ ਬੰਦਾ ਪਰਮਾਤਮਾ ਦੇ ਨਾਮ ਸੁਣਦਾ ਹੈ ਫਿਰ ਉਹ ਬੇਅੰਤ ਗੁਣਾਂ ਦੇ ਨਾਲ ਸਾਂਝ ਪਾ ਜਾਂਦਾ ਹੈ, ਭਾਵ ਪਰਮਾਤਮਾ 'ਚ ਅਭੇਦ ਹੋ ਜਾਂਦਾ ਹੈ, ਸਾਰੇ ਗੁਣਾਂ ਦਾ ਮਾਲਕ ਬਣ ਜਾਂਦਾ ਹੈ। ਸੁਣਿਐ ਸੇਖ ਪੀਰ ਪਾਤਸ਼ਾਹ, ਨਾਮ ਸੁਣਨ ਦੇ ਨਾਲ ਬੰਦਾ ਸੇਖਾਂ ਪੀਰਾਂ ਤੇ ਪਾਤਸ਼ਾਹਾਂ ਦੀ ਪਦਵੀ 'ਤੇ ਪਹੁੰਚ ਜਾਂਦਾ ਹੈ। ਸੁਣਿਐ ਅੰਧੇ ਪਾਵਹਿ ਰਾਹੋ, ਨਾਮ ਸੁਣਨ ਦੇ ਨਾਲ ਜਿਹੜੇ ਬੰਦੇ ਅਧਿਆਤਮਿਕ ਤੌਰ 'ਤੇ ਅੰਨ੍ਹੇ ਸੀ, ਭਾਵ ਜਿਨ੍ਹਾਂ ਨੂੰ ਜੀਵਨ ਦੀ ਕੋਈ ਸੂਝ ਨਹੀਂ ਸੀ, ਉਹਨਾਂ ਨੂੰ ਵੀ ਧਰਮ ਦੇ ਰਸਤੇ ਦਾ ਗਿਆਨ ਹੋ ਜਾਂਦਾ ਹੈ। ਧਾਰਮਿਕ ਰਸਤੇ ਜੀਵਨ ਦੇ ਸਹੀ ਰਾਹ ਦੀ ਜਿਹੜੀ ਹੈ ਉਹ ਸੋਝੀ ਆ ਜਾਂਦੀ ਹੈ। ਜਿਹੜੇ ਬੰਦੇ ਭੜਕ ਰਹੇ ਸੀ ਜ਼ਿੰਦਗੀ ਦੇ ਵਿੱਚ, ਨਾਮ ਸੁਣਨ ਦੇ ਨਾਲ ਫਿਰ ਉਹਨਾਂ ਨੂੰ ਵੀ ਆਪਣੀ ਮੰਜ਼ਿਲ ਵਾਲਾ ਰਸਤਾ ਮਿਲ ਜਾਂਦਾ ਹੈ। ਸੁਣਿਐ ਹਾਥ ਹੋਵੇ ਅਸਗਾਹੋ, ਅਸਗਾਹ ਦਾ ਅਰਥ ਹੈ ਸਮੁੰਦਰ। ਹੁਣ ਸਮੁੰਦਰ ਦੇ ਅਰਥ ਦੋ ਢੰਗ ਨਾਲ ਕਰ ਸਕਦੇ ਹਾਂ। ਸੰਸਾਰ ਨੂੰ ਵੀ ਸਮੁੰਦਰ ਕਿਹਾ ਗਿਆ ਹੈ ਅਤੇ ਕਿਤੇ ਪਰਮਾਤਮਾ ਨੂੰ ਵੀ ਸਮੁੰਦਰ ਕਿਹਾ ਗਿਆ ਹੈ। ਤੋ ਇਹਦੇ ਅਰਥ ਆਪਾਂ ਦੋਨੇ ਢੰਗ ਨਾਲ ਕਰ ਸਕਦੇ ਹਾਂ। ਨਾਮ ਸੁਣਨ ਦੇ ਨਾਲ ਬੰਦੇ ਨੂੰ ਸੰਸਾਰ ਸਮੁੰਦਰ ਦੀ ਸੋਝੀ ਆ ਜਾਂਦੀ ਹੈ, ਇੱਕ ਤਾਂ ਇਹ। ਦੂਸਰਾ ਜਿਹੜੇ ਅਰਥ ਜ਼ਿਆਦਾ ਢੁੱਕਦੇ ਨੇ ਉਹ ਇਹ ਕਿ ਨਾਮ ਸੁਣਨ ਦੇ ਨਾਲ ਇਹਦੀ ਸਾਂਝ ਪਰਮਾਤਮਾ ਸਮੁੰਦਰ ਨਾਲ ਪੈ ਜਾਂਦੀ ਆ। ਸੁਣਿਆ ਹਾਥ ਹੋਵੇ ਅਸਗਾਹੋ, ਇਹ ਪਰਮਾਤਮਾ ਸਮੁੰਦਰ ਦੇ ਵਿੱਚ ਅਭੇਦ ਹੋ ਜਾਂਦਾ ਹੈ। ਉਹ ਜਿਹੜੇ ਗੁਣ ਨੇ ਉਹਨਾਂ ਨੂੰ ਧਾਰਨ ਕਰ ਲੈਂਦਾ ਹੈ। ਨਾਨਕ ਭਗਤਾ ਸਦਾ ਵਿਗਾਸ, ਨਾਮ ਸੁਣਨ ਵਾਲੇ ਭਗਤ ਅੰਦਰੋਂ ਸਦਾ ਖਿੜੇ ਰਹਿੰਦੇ ਨੇ, ਅੰਦਰੋਂ ਵਿਗਾਸ ਵਿੱਚ ਰਹਿੰਦੇ ਹਨ। ਸੁਣਿਐ ਦੁਖ ਪਾਪ ਕਾ ਨਾਸ਼, ਤੇ ਨਾਮ ਸੁਣਨ ਦੇ ਨਾਲ ਅੰਦਰੋਂ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਤੋ ਇਹ ਸੁਣਿਆ ਦੀਆਂ ਜਿਹੜੀਆਂ 4 ਪੌੜੀਆਂ ਦੀ ਵਿਆਖਿਆ ਸਤਿਗੁਰਾਂ ਨੇ ਆਪ ਕਰਾਈ ਹੈ। ਸਤਿਗੁਰੂ ਜੀ ਬੜੀਆਂ ਤਰੁੱਟੀਆਂ ਅਤੇ ਕਮੀਆਂ ਰਹਿ ਗਈਆਂ ਹੋਣਗੀਆਂ, ਆਪ ਬਖਸ਼ ਲੈਣਾ। ਅੱਗੇ ਤੋਂ ਆਪ ਹੀ ਸਮੱਤ ਬਖਸ਼ਣੀ। ਸਾਨੂੰ ਵੀ ਆਪ ਜੀ ਦੀ ਸਿਫਤ ਸੁਣਨ ਦਾ ਚਾਅ ਪੈਦਾ ਕਰ ਦਿਓ ਤਾਂ ਕਿ ਅਸੀਂ ਵੀ ਸੁਣਿਆ ਸਰਾ ਗੁਣਾ ਕੇ ਗਾਹ ਵਾਲੀ ਅਵਸਥਾ 'ਤੇ ਪਹੁੰਚ ਸਕੀਏ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।